ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ। ਪੰਜਾਬ ਵਿਧਾਨ ਸਭਾ ਦੇ ਇਜਲਾਸ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ। ਇਜਲਾਸ ਕਿਉਂਕਿ 2 ਦਿਨ ਦਾ ਹੋ ਗਿਆ। 2 ਦਿਨ ਦਾ ਕਿਉਂ ਕੀਤਾ ਗਿਆ, ਇਸ ਦੇ ਪਿੱਛੇ ਕਈ ਸਾਰੀਆਂ ਵਜ੍ਹਾ ਨੇ। ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ। ਪਹਿਲਾਂ ਸਿਰਫ 8 ਨਵੰਬਰ ਦਾ ਰੱਖਿਆ ਗਿਆ ਸੀ, ਪਰ ਹੁਣ ਇੱਕ ਦਿਨ ਵਧਾ ਦਿੱਤਾ ਗਿਆ ਔਰ ਦਿਨ 9 ਜਾਂ 10 ਤਰੀਕ ਨਹੀਂ, ਦਿਨ 11 ਤਰੀਕ ਦਾ ਰੱਖਿਆ ਗਿਆ। 8 ਤੋਂ ਬਾਅਦ ਸਿੱਧਾ 11 ਤਰੀਕ ਦਾ ਕਿਉਂ ਰੱਖਿਆ ਗਿਆ ਔਰ ਕੀ ਕੁਝ ਵਿਧਾਨ ਸਭਾ ਦੇ ਇਸ ਵਿਸ਼ੇਸ਼ ਇਜਲਾਸ ਦੇ ਵਿੱਚ ਹੋਏਗਾ, ਇਸ ਬਾਰੇ ਸਾਡੇ ਨਾਲ ਮਹਿਮਾਨ ਵੀ ਜੁੜਨਗੇ ਤੇ ਗੱਲਬਾਤ ਨੂੰ ਅੱਗੇ ਵਧਾਵਾਂਗੇ। ਸੋ ਹੁਣ 2 ਦਿਨ ਦਾ ਪੰਜਾਬ ਵਿਧਾਨ ਸਭਾ ਦਾ ਇਹ ਸਪੈਸ਼ਲ ਸੈਸ਼ਨ ਹੋਏਗਾ 8 ਤੇ 11 ਨਵੰਬਰ ਨੂੰ। 2 ਦਿਨ ਦਾ। ਪਹਿਲਾਂ 8 ਨਵੰਬਰ ਨੂੰ ਸਿਰਫ ਵਿਚਰੀਜ਼ ਹੋਣਗੀਆਂ, ਯਾਨੀ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ। ਉਸ ਤੋਂ ਬਾਅਦ 9 ਤੇ 10 ਨਵੰਬਰ ਨੂੰ ਛੁੱਟੀ ਤੇ 11 ਨਵੰਬਰ ਨੂੰ ਫਿਰ ਜਿਹੜਾ ਵਿਧਾਨਕ ਕੰਮਕਾਰ ਹੈ ਉਹ ਪੰਜਾਬ ਵਿਧਾਨ ਸਭਾ ਦੇ ਇਸ ਸਪੈਸ਼ਲ ਸੈਸ਼ਨ ਦੇ ਵਿੱਚ ਕੀਤਾ ਜਾਏਗਾ। ਵਿਧਾਨਕ ਕੰਮਕਾਰ ਦਾ ਮਤਲਬ ਕੀ ਹੈ, ਕਿਉਂ ਇਹ ਸੈਸ਼ਨ ਬੁਲਾਇਆ ਗਿਆ? 2 ਚੀਜ਼ਾਂ ਜਿਨ੍ਹਾਂ ਤੇ ਸਭ ਤੋਂ ਜ਼ਿਆਦਾ ਫੋਕਸ ਰਹਿਣ ਵਾਲਾ ਹੈ। ਇੱਕ ਉਹ ਜੋ BSF ਦੇ ਬਾਬਤ ਪਿਛਲੇ ਦਿਨੀ ਕੇਂਦਰ ਨੇ ਫੈਸਲਾ ਲਿਆ, BSF ਦਾ ਅਧਿਕਾਰ ਖੇਤਰ ਵਧਾਉਣ ਨੂੰ ਲੈ ਕੇ, BSF ਦਾ ਦਾਇਰਾ ਵਧਾਉਣ ਨੂੰ ਲੈ ਕੇ, ਜੋ ਪਹਿਲਾਂ 15 ਕਿਲੋਮੀਟਰ ਸੀ ਉਸ ਨੂੰ ਵਧਾ ਕੇ ਬਾਰਡਰ ਬੈਲਟ ਦੇ ਵਿੱਚ 50 ਕਿਲੋਮੀਟਰ ਦਾ ਕਰ ਦਿੱਤਾ ਗਿਆ ਹੈ। ਇਸ ਤੇ ਸਾਰੀਆਂ ਸਿਆਸੀ ਪਾਰਟੀਆਂ ਕੇਂਦਰ ਦਾ ਵਿਰੋਧ ਕਰ ਰਹੀਆਂ ਨੇ। ਔਰ ਦੂਸਰਾ ਮੁੱਦਾ ਹੈ ਖੇਤੀ ਬਿੱਲਾਂ ਦਾ। ਸਭ ਤੋਂ ਵੱਡਾ ਮੁੱਦਾ ਜਿਹੜਾ 1 ਸਾਲ ਤੋਂ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ ਖੇਤੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ। ਕਰੀਬ 1 ਸਾਲ 26 ਨਵੰਬਰ ਨੂੰ 1 ਸਾਲ ਹੋ ਜਾਣਾ ਹੈ। ਕੁਝ ਦਿਨ ਬਾਕੀ ਨੇ, ਮਹਿਜ਼ 20 ਦਿਨ ਦਾ ਸਮਾਂ ਹੈ ਜਦੋਂ 1 ਸਾਲ ਪੂਰਾ ਹੋ ਜਾਣਾ ਹੈ। ਹੁਣ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਇਹਨਾਂ ਬਿੱਲਾਂ ਨੂੰ ਵਿਧਾਨ ਸਭਾ ਸੈਸ਼ਨ ਦੇ ਵਿੱਚ ਰੱਦ ਕਰਾਂਗੇ। ਹਾਲਾਂਕਿ ਇਹ ਵੀ ਇੱਕ ਡਿਬੇਟ ਦਾ ਇਸ਼ੂ ਹੈ ਕਿ ਪੰਜਾਬ ਸਰਕਾਰ ਦਾ ਅਖਤਿਆਰ ਹੈ ਜਾਂ ਨਹੀਂ। ਪੰਜਾਬ ਸਰਕਾਰ ਕਿਸ ਤਰੀਕੇ ਨਾਲ ਵਿਧਾਨ ਸਭਾ ਦੇ ਵਿੱਚ ਇਹਨਾਂ ਬਿੱਲਾਂ ਨੂੰ ਰੱਦ ਕਰੇਗੀ, ਇਹ ਇੱਕ ਟੈਕਨੀਕਲ ਇਸ਼ੂ ਵੀ ਹੈ। ਇਸ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ 8 ਨਵੰਬਰ ਨੂੰ 2021 ਸ਼ਰਧਾਂਜਲੀ ਸਮਾਗਮ ਹੋਏਗਾ। 9 ਨਵੰਬਰ ਨੂੰ ਛੁੱਟੀ ਹੋਏਗੀ, 10 ਨਵੰਬਰ ਨੂੰ ਵੀ ਛੁੱਟੀ ਹੋਏਗੀ। 11 ਨਵੰਬਰ ਨੂੰ BSF ਦੇ ਮੁੱਦੇ ਤੇ ਮਤਾ ਲਿਆਂਦਾ ਜਾਏਗਾ ਔਰ ਵਿਧਾਨਕ ਕੰਮਕਾਰ ਹੋਏਗਾ। ਸੋ ਕਈ ਸਾਰੇ ਸਵਾਲ ਨੇ ਸਪੈਸ਼ਲ ਇਜਲਾਸ ਲਈ ਚੰਨੀ ਸਰਕਾਰ ਦੀ ਤਿਆਰੀ ਕਿੰਨੀ ਹੈ? ਕੀ ਕੇਂਦਰੀ ਕਾਨੂੰਨਾਂ ਦਾ ਬਦਲ ਪੰਜਾਬ ਸਰਕਾਰ ਲੱਭ ਪਾਏਗੀ? ਕੀ ਪਾਰਲੀਮੈਂਟ ਦੇ ਕਾਨੂੰਨ ਵਿਧਾਨ ਸਭਾ ਚ ਰੱਦ ਹੋ ਸਕਦੇ ਨੇ? ਸਪੈਸ਼ਲ ਇਜਲਾਸ ਕੀ ਚੋਣਾਂ ਤੋਂ ਪਹਿਲਾਂ ਆਖਰੀ ਦਾ ਹੈ ਪੰਜਾਬ ਸਰਕਾਰ ਦਾ ਜਾਂ ਕਹੀਏ ਚੰਨੀ ਸਰਕਾਰ ਦਾ? ਕੀ ਕੇਂਦਰ ਤੇ ਪੰਜਾਬ ਆਪਸ ਚ ਸਿੱਧੇ ਟਕਰਾਅ ਵੱਲ ਵੱਧ ਰਹੇ ਨੇ ਜਾਂ ਕੀ ਕੇਂਦਰ ਸਰਕਾਰ ਸੂਬਿਆਂ ਦੇ ਹਿੱਤਾਂ ਚ ਸਿੱਧੀ ਦਖਲਅੰਦਾਜ਼ੀ ਕਰ ਰਹੀ ਹੈ? ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਮਹਿਮਾਨ ਸਾਡੇ ਨਾਲ ਜੁੜੇ ਨੇ, ਸਾਰੇ ਪਾਰਟੀਆਂ ਦੇ ਜਿਹੜੇ ਸਪੋਕਸਪਰਸਨ ਨੇ ਸਾਡੇ ਨਾਲ ਜੁੜੇ ਨੇ। ਸ਼੍ਰੋਮਣੀ ਅਕਾਲੀ ਦਲ ਤੋਂ ਸੀਨੀਅਰ ਆਗੂ ਸੋਹਣ ਸਿੰਘ ਠੰਡਲ ਸਾਹਿਬ ਜੁੜੇ ਨੇ, BJP ਤੋਂ ਸਰਵੰਤ ਸਿੰਘ ਚੰਨੀ ਜੁੜੇ ਨੇ, ਆਮ ਆਦਮੀ ਪਾਰਟੀ ਤੋਂ ਨੀਲ ਗਰਗ ਜੁੜੇ ਨੇ ਔਰ ਕਾਂਗਰਸ ਪਾਰਟੀ ਤੋਂ ਪ੍ਰਿਤਪਾਲ ਸਿੰਘ ਬਲੀਏਵਾਲ ਸਾਡੇ ਨਾਲ ਜੁੜਨਗੇ। ਸ਼ੁਰੂਆਤ ਮੈਂ ਠੰਡਲ ਸਾਹਿਬ ਤੁਹਾਡੇ ਤੋਂ ਕਰਨਾ ਚਾਹੂੰਗਾ। ਇੱਕ ਵਾਰੀ ਕਿਸ ਲਿਹਾਜ਼ ਨਾਲ ਦੇਖ ਰਹੇ ਹੋ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ? 8 ਤਰੀਕ ਦਾ ਰੱਖਿਆ ਗਿਆ ਸੀ, ਦੂਸਰਾ 11 ਤਰੀਕ ਦਾ ਕਰਤਾ ਹੈ। ਕਾਂਗਰਸ ਦੇ ਨੁਮਾਇੰਦੇ ਜੁੜਨਗੇ ਤਾਂ ਮੈਂ ਉਹਨਾਂ ਤੋਂ ਜਵਾਬ ਜ਼ਰੂਰ ਲਊਂਗਾ। ਸਾਡੀ ਜਾਣਕਾਰੀ ਦੇ ਮੁਤਾਬਿਕ ਤਿਆਰੀ ਨਹੀਂ ਹੈ ਹਲੇ। ਜੋ ਟੈਕਨੀਕਲੀ ਤਿਆਰ ਕਰਨਾ ਸੀ ਪੂਰਾ ਮਸੌਦਾ ਉਹਨਾਂ ਕਾਨੂੰਨਾਂ ਦਾ ਜਿਨ੍ਹਾਂ ਨੂੰ ਰੱਦ ਕੀਤਾ ਜਾਣਾ ਹੈ, ਚਾਹੇ ਖੇਤੀ ਕਾਨੂੰਨ ਹੋਣ ਜਾਂ ਫਿਰ BSF ਦੇ ਬਾਬਤ ਜਿਹੜਾ ਕੇਂਦਰ ਵੱਲੋਂ ਫੈਸਲਾ ਲਿਆ ਗਿਆ ਹੋਵੇ, ਉਹ ਟੈਕਨੀਕਲੀ ਤਿਆਰ ਨਹੀਂ ਹੋ ਸਕਿਆ। ਇਸ ਕਰਕੇ 2 ਦਿਨ ਅੱਗੇ ਪਾ ਦਿੱਤਾ ਗਿਆ ਹੈ। ਵਿਧਾਨਕ ਕੰਮਕਾਰ ਜਿਹੜਾ ਹੈ ਉਹ ਹੁਣ 11 ਤਰੀਕ ਨੂੰ ਹੋਏਗਾ। ਸੋ ਕਿਸ ਲਿਹਾਜ਼ ਨਾਲ ਓਵਰਆਲ ਤੁਸੀਂ ਇਸ ਵਿਸ਼ੇਸ਼ ਸੈਸ਼ਨ ਨੂੰ, ਵਿਸ਼ੇਸ਼ ਇਜਲਾਸ ਨੂੰ ਦੇਖ ਰਹੇ ਹੋ ਠੰਡਲ ਸਾਹਿਬ? ਦੇਖੋ ਬਰਾੜ ਸਾਹਿਬ, ਜਿਹੜਾ ਸੈਸ਼ਨ ਪਹਿਲਾਂ ਵੀ ਆਵਾਜ਼ ਆਈ ਸੀ ਵੀ ਇੱਕ ਦਿਨ ਦਾ ਸੈਸ਼ਨ ਸਪੈਸ਼ਲ ਸੈਸ਼ਨ ਹੋਣਾ ਜੀ, 8 ਤਰੀਕ ਦੀ ਗੱਲ ਸੀ, ਪਰ ਹੁਣ ਉਹਨੂੰ 8 ਤੋਂ ਵਧਾ ਕੇ 11 ਤੱਕ ਕਰਤਾ। 2 ਛੁੱਟੀਆਂ ਵਿੱਚ ਲੈ ਲਈਆਂ ਜੀ। 8 ਨੂੰ ਸਿਰਫ ਸ਼ਰਧਾਂਜਲੀ ਸਮਾਗਮ ਹੋ ਕੇ ਸਮਾਪਤੀ ਆ। ਔਰ ਮੈਂ ਸਮਝਦਾ ਚਾਹੇ 11 ਨੂੰ ਹੋਵੇ ਜਾਂ 8 ਨੂੰ ਹੋਵੇ, ਇਹ ਜਿਹੜਾ ਸੈਸ਼ਨ ਆ ਇਹਦੀ ਤਿਆਰੀ ਕਰਨ ਵਾਸਤੇ ਕੀ ਜਿਹੜੀ ਰਾਏ ਲਈ ਆ ਪਾਰਟੀ ਨੇ, ਸਰਕਾਰ ਨੇ, ਕੀ ਸਟੇਟ ਗਵਰਨਮੈਂਟ ਕੋ ਇਹਦੇ ਬਾਰੇ ਕਿੱਡਾ ਕੁ ਅਧਿਕਾਰ ਆ, ਜਾਂ ਸਟੇਟ ਗਵਰਨਮੈਂਟ ਜੋ ਇਹਦੇ ਬਾਰੇ ਵਿਧਾਨ ਸਭਾ ਦੀ ਵੀ ਕਾਰਵਾਈ ਕਰੂਗੀ ਜਾਂ ਉਹਦੇ ਵਿੱਚ ਕੋਈ ਬਿੱਲ ਪਾਸ ਕਰੂਗੀ, ਉਹ ਕਿੰਨੀ ਕੁ ਅਹਿਮੀਅਤ ਰੱਖਦਾ? ਕੀ ਇਹ ਸਟੇਟ ਸਬਜੈਕਟ ਹੈ? ਪਹਿਲੀ ਗੱਲ ਵਿਚਾਰਨ ਦੀ ਇਹ ਆ।
ਬਰਾੜ ਸਾਹਿਬ ਆਪਾਂ ਨੂੰ ਪਤਾ ਜਿਹੜਾ ਖੇਤੀ ਕਾਨੂੰਨ ਆ ਆਪਾਂ ਸਾਰੇ ਮੰਨਦੇ ਸੀ ਕਿ ਸਟੇਟ ਸਬਜੈਕਟ ਆ ਜੀ ਜੀ, ਪਰ ਉਹ ਸੈਂਟਰ ਨੇ ਪਾਸ ਕਰ ਦਿੱਤਾ। ਜਿਹੜਾ ਸਟੇਟ ਨੇ ਉਹਦੇ ਬਾਰੇ ਮਤੇ ਪਾਸ ਕਰਕੇ ਭੇਜੇ ਸੀ ਉਹ ਅੱਜ ਤੱਕ ਜ਼ੀਰੋ ਆ। ਉਹ ਗਵਰਨਰ ਤੋਂ ਬਾਹਰ ਨਹੀਂ ਗਏ, ਉਹਨਾਂ ਦਾ ਕੀ ਬਣਿਆ, ਉਹਦਾ ਕੋਈ ਅਸਰ ਹੋਇਆ ਕਿਸਾਨ ਐਜੀਟੇਸ਼ਨ ਤੇ ਜਾਂ ਸਰਕਾਰ ਤੇ ਉਹਦਾ ਕੀ ਅਸਰ ਪਿਆ, ਇਹ ਹੁਣ ਤੱਕ ਉਹਦੀ ਕਾਰਵਾਈ ਜ਼ੀਰੋ ਆ। ਇਹ ਜਿਹੜਾ BSF ਦੀ ਜਿਹੜੀ ਗੱਲ ਆ, ਮੈਂ ਸਮਝਦਾ ਕਿ ਲੰਬੇ ਸਮੇਂ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰ-ਬਾਰ ਪਾਕਿਸਤਾਨ ਤੋਂ ਡਰੋਨ ਆਉਣ ਦੀ ਗੱਲ ਕਰਦੇ ਰਹੇ ਕਿ ਉੱਥੋਂ ਖਤਰਾ ਆ, ਇਹ ਸਾਡਾ ਬਾਰਡਰ ਸਟੇਟ ਆ, ਔਰ ਉਹਨਾਂ ਦੀ ਹਮੇਸ਼ਾ ਇਹ ਗੱਲ ਹੁੰਦੀ ਸੀ। ਔਰ ਉਹਨਾਂ ਨੇ 25 CRP ਦੀਆਂ ਕੰਪਨੀਆਂ ਦੀ ਵੀ ਮੰਗ ਕਰ ਲਈ ਸੀ ਜਦੋਂ ਮੁੱਖ ਮੰਤਰੀ ਸੀ ਉਹ। ਉਸ ਤੋਂ ਬਾਅਦ ਉਹ ਬਦਲ ਗਏ, ਨਵੇਂ ਮੁੱਖ ਮੰਤਰੀ ਆ ਗਏ। ਇਹ ਵੀ ਇੱਕ ਦਿਨ ਪਹਿਲਾਂ ਮੀਟਿੰਗ ਕਰਕੇ ਆਏ ਕੇਂਦਰੀ ਜਿਹੜੇ ਹੋਮ ਮਿਨਿਸਟਰ ਦੇ ਨਾਲ। ਉਹ ਮੀਟਿੰਗ ਤੋਂ ਬਾਅਦ ਫੈਸਲਾ ਆ ਗਿਆ ਕਿ 50 ਜਿਹੜਾ ਕਿਲੋਮੀਟਰ ਤੱਕ BSF ਉਹ ਆਪਣੀ ਸਰਹੱਦ ਜਾਂ ਕੁਝ ਵੀ ਕਾਰਵਾਈ ਉਹ ਕਰ ਸਕਦੀ ਹੈ। ਉਹ ਬਰਾੜ ਸਾਹਿਬ ਤੇ ਗੱਲ ਜਿਹੜੀ ਸਪੈਸ਼ਲ ਗੱਲ ਇਹ ਆ, ਤੁਹਾਨੂੰ ਉਮੀਦ ਹੈ ਸੈਸ਼ਨ ਤੋਂ ਠੰਡਲ ਸਾਹਿਬ? ਨਹੀਂ, ਇਹ ਤੋਂ ਪਹਿਲਾਂ ਜਿਹੜਾ 15 ਕਿਲੋਮੀਟਰ ਦਾ BSF ਦਾ ਦਾਇਰਾ ਸੀ, ਕਿ 15 ਕਿਲੋਮੀਟਰ ਵਿੱਚ BSF ਨੇ ਅੱਜ ਤੱਕ ਕੋਈ ਚੰਗੀ ਸਟਰੋਂਗਲੀ ਕੰਮ ਕੀਤਾ? ਕੀ ਉਹਨੂੰ ਪ੍ਰਾਪਤੀਆਂ ਹੋਈਆਂ? ਕੀ ਨਸ਼ਾ ਆਉਣੋਂ ਬੰਦ ਹੋ ਗਿਆ? ਕੀ ਜੇ ਆਪਾਂ ਮੰਨ ਲਈਏ ਕੈਪਟਨ ਸਾਹਿਬ ਦੀ ਗੱਲ ਵਿੱਚ ਡਰੋਨ ਵਾਕੇ ਆਉਂਦੇ ਸੀ, ਕੀ ਉਹ ਬੰਦ ਹੋ ਗਏ? ਜਾਂ ਜਿਹੜੀ BSF ਹੈਗੀ ਆ ਉਹਨਾਂ ਕੋਲ ਸੰਵਿਧਾਨਕ ਤੌਰ ਦੇ ਉੱਪਰ ਕੀ ਵਿਧਾਨਕ ਤੌਰ ਤੇ ਉਹਨਾਂ ਕੋਲ ਅਧਿਕਾਰ ਆ? ਉਹਨਾਂ ਦੇ ਕਿੱਥੇ ਥਾਣੇ ਆ, ਕਿਹੜੀਆਂ ਅਦਾਲਤਾਂ ਵਿੱਚ ਉਹ ਕੇਸ ਲੜਨਗੇ, ਕੀ ਉਹ ਕੰਮ ਕਰਨਗੇ? ਸਾਰੀਆਂ ਗੱਲਾਂ ਜਿਹੜੀਆਂ ਨੇ ਵਿਚਾਰਨ ਦੀ ਲੋੜ ਆ। ਸੋ ਇਹ ਸਰਕਾਰ ਐਵੇਂ ਜਲਦਬਾਜ਼ੀ ਵਿੱਚ ਅੱਖਾਂ ਪੂੰਝਣ ਦੀ ਗੱਲ ਕਰ ਰਹੀ ਆ। ਇਹ ਸੈਸ਼ਨ ਦਾ ਬਹੁਤਾ ਕੋਈ ਅਸਰ ਪੈਣ ਵਾਲਾ ਮੈਨੂੰ ਨਜ਼ਰ ਨਹੀਂ ਆ ਰਿਹਾ। ਚੰਨੀ ਸਾਹਿਬ, ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ? ਕਿਉਂਕਿ ਅਸਲ ਮਸਲਾ ਤਾਂ ਸਾਰਾ ਕੇਂਦਰ ਦੇ ਨਾਲ ਹੀ ਖੜਾ ਹੈ, BJP ਦੇ ਨਾਲ ਹੀ ਖੜਾ, ਸਿੱਧਾ ਕਹੂੰਗਾ ਮੈਂ। ਵਿਜੇਪਾਲ, ਦੇਖੋ, ਜੇ ਆਪਾਂ BSF ਦੀ ਗੱਲ ਪਹਿਲਾਂ ਕਰ ਲੈਂਦੇ ਹਾਂ ਜੀ, ਕਿ ਜਿਹੜੇ ਉਹਨਾਂ ਨੂੰ ਅਧਿਕਾਰ ਦਿੱਤੇ ਗਏ ਨੇ ਉਹ 1968 ਦਾ BSF ਦਾ ਐਕਟ ਹੈਗਾ, ਉਹਦਾ ਸੈਕਸ਼ਨ ਹੈਗਾ 139। ਉਹਦੇ ਤਹਿਤ BSF ਨੂੰ ਸੈਂਟਰਲ ਐਕਟ ਦੇ ਥੱਲੇ ਪਾਵਰਸ ਨੇ ਕਿ ਉਹ ਜਿਹੜਾ ਆਪਣਾ ਬਾਰਡਰ ਦੇ ਨਾਲ ਜਿਹੜੇ ਵੀ ਇੰਟਰਨੈਸ਼ਨਲ ਬਾਰਡਰ ਨਾਲ ਏਰੀਆਜ਼ ਲੱਗਦੇ ਆ ਉਹਦੇ ਵਿੱਚ ਉਹਨਾਂ ਦਾ ਆਪਰੇਸ਼ਨ ਹੋ ਸਕਦਾ ਹੈ, ਔਰ ਉਹ ਵੱਧ ਵੀ ਸਕਦਾ ਹੈ, ਘਟ ਵੀ ਸਕਦਾ ਹੈ। ਔਰ ਇਹ ਦੇਖੋ ਤੁਸੀਂ 1969 ਦੇ ਵਿੱਚ ਜਿਹੜੀ ਈਵਨ CRPC ਜਿਹੜਾ ਐਡ ਹੋਇਆ ਸੀਗਾ ਇਸ ਐਕਟ ਦੇ ਵਿੱਚ, ਉਹ ਪਾਵਰਸ ਵੀ ਜਿੱਥੇ ਲੋੜ ਹੋਣ ਉਹ CRPC ਨੂੰ BSF ਨੂੰ ਦਿੱਤੀਆਂ ਗਈਆਂ ਨੇ। ਔਰ ਜਿਹੜੀਆਂ ਕਈ ਸਟੇਟਾਂ ਪੂਰੀ ਦੀਆਂ ਪੂਰੀਆਂ ਨੇ, ਲਾਈਕ UT ਕਹਿ ਲਓ, ਹੁਣ JNK, ਲਦਾਖ, ਉਧਰੋਂ ਮਨੀਪੁਰ, ਤ੍ਰਿਪੁਰਾ, ਨਾਗਾਲੈਂਡ, ਇਹ ਸਾਰਾ ਮੇਘਾਲਿਆ, ਇਹ ਸਾਰੀਆਂ ਪੂਰੀ ਦੀਆਂ ਪੂਰੀਆਂ ਸਟੇਟਾਂ ਉੱਥੇ BSF ਦੇ ਅਧਿਕਾਰ ਖੇਤਰ 'ਚ ਨੇ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉੱਥੇ ਪੁਲਿਸ ਨਹੀਂ ਹੈਗੀ ਲੋਕਲ, ਜਾਂ ਉੱਥੇ ਲੋਕਲ ਕੋਰਟਸ ਨਹੀਂ ਹੈਗੀਆਂ, ਜਾਂ ਉੱਥੇ ਲੋਕਲ ਪ੍ਰੋਸੀਕਿਊਸ਼ਨ ਨਹੀਂ ਹੈਗੀ, ਜਾਂ ਟ੍ਰਾਇਲ ਨਹੀਂ ਹੁੰਦੇ। ਇਹ ਜਿਹੜੀਆਂ ਪਾਵਰਸ ਦਿੱਤੀਆਂ ਨੇ ਨਾ, ਇਹ ਲਿਮਿਟਡ ਐਕਟਸ ਦੀਆਂ ਦਿੱਤੀਆਂ ਨੇ। ਕੁਝ ਐਕਟ ਦੇ ਵਿੱਚ ਇਹ 2014 'ਚ ਜਿਹੜੀਆਂ ਦਿੱਤੀਆਂ ਸੀ ਉਹ ਫਰਦਰ ਨਹੀਂ ਵਧਾਈਆਂ, ਸਿਰਫ 2-3 ਐਕਟ ਦੇ ਵਿੱਚ ਦਿੱਤੀਆਂ ਗਈਆਂ ਨੇ। ਔਰ ਇਹਨਾਂ ਨੇ ਸਿਰਫ ਕੰਪਲੀਮੈਂਟ ਕਰਨਾ ਹੈਗਾ ਸਟੇਟ ਪੁਲਿਸ ਨੂੰ। ਹੁਣ ਆਪਣਾ ਮੰਨ ਲਓ 15 ਕਿਲੋਮੀਟਰ ਦੇ ਵਿੱਚ ਇਹ ਪਾਵਰਾਂ 2014 ਤੋਂ ਦਿੱਤੀਆਂ ਹੋਈਆਂ ਨੇ। ਕੀ ਉੱਥੇ ਕੋਈ ਪ੍ਰੋਬਲਮ ਆਈ ਹੈ ਕਦੇ? ਜਾਂ ਕਦੇ ਉੱਥੇ ਨਹੀਂ? ਮੈਂ ਚੰਨੀ ਸਾਹਿਬ ਤੁਹਾਨੂੰ ਇਹ ਪੁੱਛਣਾ ਚਾਹਣਾ, ਤੁਸੀਂ ਬਿਊਰੋਕਰੇਟ ਰਹੇ ਹੋ, ਤੁਹਾਡਾ ਲੰਬਾ ਚੌੜਾ ਤਜਰਬਾ ਹੈ, ਕੀ ਸਟੇਟ ਗਵਰਨਮੈਂਟ ਇਹਨਾਂ ਨੂੰ ਰੱਦ ਕਰ ਸਕਦੀ ਹੈ ਕਾਨੂੰਨ ਪਾਸ ਕਰਕੇ ਜੋ ਕੇਂਦਰ ਨੇ ਫੈਸਲਾ? ਬਿਲਕੁਲ ਨਹੀਂ ਰੱਦ ਕਰ ਸਕਦੀ। ਵੱਧ ਤੋਂ ਵੱਧ ਇਹ ਜੇ ਕਰ ਸਕਦੇ ਨੇ ਤਾਂ ਇਹ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਇਹ ਜਿਹੜੀ ਨੋਟੀਫਿਕੇਸ਼ਨ ਹੈ, ਇਹ ਇੱਕ ਐਗਜ਼ੈਕਟਿਵ ਆਰਡਰ ਹੈ। ਉਹਨਾਂ ਨੇ ਕੋਈ ਨਵਾਂ ਕਾਨੂੰਨ ਪੰਜਾਬ ਲਈ ਜਾਂ ਬਾਕੀ ਸਟੇਟਾਂ ਲਈ ਪਾਸ ਨਹੀਂ ਹੋਇਆ, ਕਾਨੂੰਨ ਨਹੀਂ ਹੈਗਾ ਇਹ, ਔਰ ਇਹਦੇ ਵਾਸਤੇ ਕਾਨੂੰਨ ਬਣਾਉਣ ਦੀ ਲੋੜ ਵੀ ਨਹੀਂ ਹੈਗੀ। ਐਗਜ਼ੈਕਟਿਵ ਆਰਡਰ, ਠੀਕ ਹੈ, ਹਾਂਜੀ, ਐਗਜ਼ੈਕਟਿਵ ਆਰਡਰ ਹੈ। ਜੇ ਗਲਤ ਹੋ ਗਿਆ ਇਹਨੂੰ ਆਪਾਂ ਦੇਖੋ, ਜਿਹੜਾ ਸੈਂਟਰ ਦਾ ਆਰਡਰ ਹੈਗਾ, ਉਹ ਜੇ ਗਲਤ ਇਹਨੂੰ ਮੰਨਦੇ ਨੇ ਤੇ ਇਹਨਾਂ ਨੂੰ ਦੇ ਕੈਨ ਗੋ ਟੂ ਦੀ ਕੋਰਟ ਐਂਡ ਚੈਲੰਜ ਇਟ। ਕੋਰਟ ਦੇਖ ਲੇਗੀ ਵੀ ਇਹ ਜਿਹੜੀ ਜਸਟੀਫਿਕੇਸ਼ਨ ਇਹਦੀ ਬਣਦੀ ਹੈ ਜਾਂ ਨਹੀਂ ਬਣਦੀ, ਦੇਖ ਲੇਗੀ। ਉਹ ਇਸ ਕਰਕੇ ਇਹ ਵਿਧਾਨ ਸਭਾ ਇਹਦੇ ਵਿੱਚ ਦਖਲ ਨਹੀਂ ਦੇ ਸਕਦੀ, ਤੁਹਾਡੇ ਕਹਿਣ ਦਾ ਮਤਲਬ ਇਹ ਹੈ? ਅੱਛਾ, ਮੈਂ ਆਈਮ ਆਫ ਦੀ ਫਰ ਵਿਊ ਕਿ ਬਿਲਕੁਲ ਦਖਲ ਨਹੀਂ ਦੇ ਸਕਦੀ। ਠੀਕ ਹੈ, ਹਾਂਜੀ। ਔਰ ਦੂਸਰਾ ਜੀ, ਮੈਂ ਆਪਾਂ ਅੱਗੇ ਗੱਲ ਕਰਾਂਗੇ, ਬਾਕੀ ਇੱਕ ਵਾਰੀ ਇਸ ਮੁੱਦੇ ਨੂੰ ਨਿਬੇੜ ਲਈਏ। ਗਰਗ ਸਾਹਿਬ ਤੁਹਾਡੇ ਕੋਲੋਂ ਮੈਂ ਕਮੈਂਟ ਲਊਂਗਾ, ਫਿਰ ਬਲੀਏਵਾਲ ਸਾਹਿਬ ਕੋਲ ਇਕੱਠਾ ਹੀ ਹੱਲਾ ਬੋਲਦੇ ਆ। ਤੁਸੀਂ ਪਹਿਲਾਂ ਇਸ ਬਾਰੇ ਜਵਾਬ ਦਿਓ ਵੀ ਕਿ ਕਿਸ ਲਿਹਾਜ਼ ਨਾਲ ਤੁਸੀਂ ਦੇਖ ਰਹੇ ਹੋ ਇਸ ਸੈਸ਼ਨ ਨੂੰ, ਜਿਹੜਾ ਐਕਸਟੈਂਡ ਕੀਤਾ ਗਿਆ, ਹੁਣ 11 ਤਰੀਕ ਦਾ ਵੀ ਕਰਤਾ ਇੱਕ ਦਿਨ। ਦੇਖੋ ਬਰਾੜ ਸਾਹਿਬ, ਜਿਹੜਾ ਇਹ ਸਪੈਸ਼ਲ ਸੈਸ਼ਨ ਬੁਲਾਇਆ ਗਿਆ, ਅਸੀਂ ਤਾਂ ਇਸ ਦਾ ਵੈਲਕਮ ਕੀਤਾ ਸੀ।
ਔਰ ਅੱਜ ਤੁਸੀਂ ਆਪ ਹੀ ਦੱਸ ਦਿੱਤਾ ਹੈਗਾ, ਸਾਡੇ ਕੋਲ ਵੀ ਇਹੀ ਇਨਫੋਰਮੇਸ਼ਨ ਹੈਗੀ ਹੈ ਕਿ ਇਹ 11 ਤਰੀਕ ਨੂੰ ਇਸ ਕਰਕੇ ਐਕਸਟੈਂਡ ਕੀਤਾ ਗਿਆ ਕਿਉਂਕਿ ਇਹ ਸਰਕਾਰ ਨੇ ਆਪਣੀ ਤਿਆਰੀ ਨਹੀਂ ਕੀਤੀ। ਹਾਲਾਂਕਿ ਇਹਨਾਂ ਨੇ ਬਹੁਤ ਦਿਨ ਪਹਿਲਾਂ ਇਸ ਚੀਜ਼ ਦੀ ਅਨਾਉਂਸਮੈਂਟ ਕਰ ਦਿੱਤੀ ਗਈ ਸੀ ਕਿ ਅਸੀਂ ਜਿਹੜਾ ਹੈਗਾ 8 ਤਰੀਕ ਨੂੰ ਸਪੈਸ਼ਲ ਸੈਸ਼ਨ ਸੱਦਾਂਗੇ, ਇਹ ਸੈਸ਼ਨ ਦੇ ਵਿੱਚ BSF ਦੇ ਮੁੱਦੇ ਦੀ ਗੱਲ ਹੋਏਗੀ, ਇਹ ਸੈਸ਼ਨ ਦੇ ਵਿੱਚ ਬਿਜਲੀ ਦੇ ਸਮਝੌਤੇ ਰੱਦ ਕਰਾਂਗੇ, ਇਹ ਸੈਸ਼ਨ ਦੇ ਵਿੱਚ ਖੇਤੀ ਬਿੱਲ ਰੱਦ ਕਰਾਂਗੇ, ਇਹ ਸੈਸ਼ਨ ਦੇ ਵਿੱਚ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਹੋਏਗੀ। ਪਰ ਹੁਣ ਜਿਹੜੀ ਗੱਲਾਂ ਉੱਭਰ ਕੇ ਸਾਹਮਣੇ ਆ ਰਹੀਆਂ ਨੇ, ਇੱਥੇ ਨਾ ਕੋਈ ਕੱਚੇ ਮੁਲਾਜ਼ਮਾਂ ਦੀ ਗੱਲ ਹੋਣੀ ਹੈ, ਨਾ ਖੇਤੀ ਬਿੱਲਾਂ ਦੀ ਗੱਲ ਹੋਣੀ ਹੈ, ਨਾ ਹੀ ਜਿਹੜੀ ਕਿ ਬਿਜਲੀ ਦੇ ਕਾਨੂੰਨ ਜਿਹੜੇ ਸਮਝੌਤੇ ਆ ਉਹ ਰੱਦ ਹੋਣੇ ਆ। ਸਿਰਫ ਅਤੇ ਸਿਰਫ ਜਿਹੜਾ ਹੈਗਾ BSF ਦੇ ਮੁੱਦੇ ਦੇ ਉੱਤੇ ਗੱਲਬਾਤ ਜ਼ਰੂਰ ਹੋਏਗੀ। ਪਰ ਬਰਾੜ ਸਾਹਿਬ, ਤੁਹਾਡੇ ਇਸ ਚੈਨਲ ਦੇ ਮਾਰਫਤ ਮੈਂ ਇੱਕ ਚੀਜ਼ ਜ਼ਰੂਰ ਤੁਹਾਡੇ ਧਿਆਨ 'ਚ ਵੀ ਲਿਆਉਣਾ ਚਾਹੁੰਦਾ। ਜਿਹੜੀ ਵਿਧਾਨ ਸਭਾ ਦੀ ਰੂਲ ਬੁੱਕ ਹੈਗੀ ਹੈ ਉਹ ਮੇਰੇ ਕੋਲ ਆ, ਉਹਦੇ ਮੁਤਾਬਕ ਜਿਹੜਾ ਉਹਦਾ 14A ਸੈਕਸ਼ਨ ਹੈਗਾ, ਉਹਦੇ ਮੁਤਾਬਕ 1 ਸਾਲ ਦੇ ਵਿੱਚ ਜਿਹੜੀ ਹੈ ਉਹ 40 ਜਿਹੜੀਆਂ ਮੀਟਿੰਗਾਂ ਜਿਹੜੀਆਂ ਵਿਧਾਨ ਸਭਾ ਦੀਆਂ ਹੋਣੀਆਂ ਚਾਹੀਦੀਆਂ ਨੇ। ਪਰ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਲਗਾਤਾਰ ਦੇਖ ਰਹੇ ਹਾਂ, ਚਲੋ ਠੀਕ ਹੈ ਇਹ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਤਾਂ ਬੁਲਾ ਲਿਆ, ਪਰ ਮੌਨਸੂਨ ਸੈਸ਼ਨ ਦਾ ਕੀ ਹੋਇਆ? ਪੰਜਾਬ ਦੇ ਇੰਨੇ ਭਖਦੇ ਮੁੱਦੇ ਹੈਗੇ ਆ ਜਿਨ੍ਹਾਂ ਦੇ ਉੱਤੇ ਬਹਿਸ ਕਰਨੀ ਬਣਦੀ ਹੈ। ਉਹ ਜਿਹੜੇ ਮੁੱਦੇ ਡਾਇਰੈਕਟਲੀ ਜਿਹੜੇ ਹੈਗੇ ਪੰਜਾਬ ਸਰਕਾਰ ਦੇ ਅੰਡਰ ਆਉਂਦੇ ਆ, ਜਿੱਥੇ ਉਹਨਾਂ ਦੀ ਬਹਿਸ ਹੁੰਦੀ ਹੈ ਤਾਂ ਉਹਦਾ ਕੋਈ ਹੱਲ ਵੀ ਨਿਕਲੇਗਾ, ਉਸ ਤੋਂ ਪੰਜਾਬ ਸਰਕਾਰ ਲਗਾਤਾਰ ਭੱਜ ਰਹੀ ਹੈਗੀ ਹੈ। ਔਰ ਜਿੱਥੋਂ ਤੱਕ ਇਸ BSF ਵਾਲੇ ਮੁੱਦੇ ਦੀ ਗੱਲ ਹੈਗੀ ਹੈ, ਚੰਨੀ ਸਾਹਿਬ ਕਹਿ ਰਹੇ ਸੀ ਕਿ ਐਗਜ਼ੈਕਟਿਵ ਜਿਹੜੇ ਕਿ ਆਰਡਰ ਪਾਸ ਹੋਇਆ ਹੈ, ਇੱਕ ਚੀਜ਼ ਬਿਲਕੁਲ ਸਾਰਿਆਂ ਦੇ ਸਾਹਮਣੇ ਹੈਗੀ ਹੈ ਕਿ ਕੇਂਦਰ ਸਰਕਾਰ ਪਿਛਲੇ 7 ਸਾਲ ਤੋਂ, ਬਲਕਿ ਉਸ ਤੋਂ ਪਹਿਲਾਂ ਇੰਦਰਾ ਗਾਂਧੀ ਦੀ ਸਰਕਾਰ ਵੇਲੇ ਵੀ ਲਗਾਤਾਰ ਇਹਨਾਂ ਦੀ ਕੋਸ਼ਿਸ਼ ਇਹ ਹੈਗੀ ਸੀ ਕਿ ਕਿਵੇਂ ਜਿਹੜਾ ਹੈਗਾ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਡਾਕਾ ਮਾਰਿਆ ਜਾਵੇ ਔਰ ਕਿਸ ਤਰੀਕੇ ਨਾਲ ਜਿਹੜਾ ਹੈਗਾ ਸੂਬਿਆਂ ਨੂੰ ਪੰਗੂ ਬਣਾਤਾ ਜਾਵੇ। ਉਹ ਖੇਤਰ ਜਿਹੜਾ ਇਹਨਾਂ ਦੇ ਅਧਿਕਾਰ ਖੇਤਰ 'ਚ ਵੀ ਨਹੀਂ ਆਉਂਦਾ। ਜੇ ਉੱਥੇ ਕੇਂਦਰ ਸਰਕਾਰ ਜਾਨੀ ਕਿ ਆਪਦੇ ਕਾਨੂੰਨ ਬਣਾ ਸਕਦੀ ਹੈ ਤਾਂ ਫਿਰ ਪੰਜਾਬ ਸਰਕਾਰ ਉਸ ਸਮਝਾਇਆ ਜਾਨੀ ਕਿ ਮੋਰਲ ਸਪੋਰਟ ਵਾਸਤੇ, ਕਿਉਂਕਿ ਜਦੋਂ ਲੜਾਈ ਲੜੀ ਜਾਂਦੀ ਹੈ ਮੋਰਲ ਸਪੋਰਟ ਬਹੁਤ ਜ਼ਰੂਰੀ ਹੁੰਦੀ ਹੈ। ਜਦੋਂ BSF ਦੇ ਮੁੱਦੇ ਤੇ BJP ਨੂੰ ਛੱਡ ਕੇ ਪੂਰਾ ਪੰਜਾਬ ਇੱਕ ਹੈਗਾ, ਸਾਰਾ ਪੰਜਾਬ ਕਹਿੰਦਾ ਹੈਗਾ ਕਿ ਇਹ ਸਾਡੇ ਦੇ ਉੱਤੇ ਜਾਨੀ ਕਿ ਧੱਕਾ ਹੈਗਾ। ਜਦੋਂ 15 ਕਿਲੋਮੀਟਰ ਦੇ ਵਿੱਚ BSF ਕੁਝ ਨਹੀਂ ਕਰ ਸਕੀ ਤੇ 50 ਕਿਲੋਮੀਟਰ 'ਚ ਕੀ ਕਰ ਲੂਗੀ? ਉਹੀ ਜੇਕਰ ਨਸ਼ਾ ਇਹਨਾਂ ਦਾ ਮੁੱਦਾ ਸੀ ਤਾਂ ਫਿਰ ਗੁਜਰਾਤ ਦੇ ਵਿੱਚ ਇਹਨਾਂ ਨੇ 50 ਤੋਂ 80 ਤੋਂ ਘਟਾ ਕੇ 50 ਕਿਉਂ ਕਰਤਾ ਔਰ ਪੰਜਾਬ ਦੇ ਵਿੱਚ ਜਾਨੀ ਕਿ 15 ਤੋਂ ਵਧਾ ਕੇ 50 ਕਿਉਂ ਕਰਤਾ? ਮੁੱਦਾ ਅਸਲ ਦੇ ਵਿੱਚ ਇਹ ਹੈਗੀ ਵੀ ਕੇਂਦਰ ਸਰਕਾਰ ਆਪਣੀ ਤਾਕਤ ਦਾ ਨਜਾਇਜ਼ ਫਾਇਦਾ ਉਠਾ ਰਹੀ ਹੈਗੀ ਹੈ ਔਰ ਉਹ ਧੱਕਾ ਕਰ ਰਹੀ ਹੈ ਪੰਜਾਬ ਦੇ ਨਾਲ ਵੀ ਔਰ ਬਾਕੀ ਸੂਬਿਆਂ ਦੇ ਨਾਲ ਵੀ। ਔਰ ਸਾਡੀ ਸੂਬਾ ਸਰਕਾਰ ਇਦਾਂ ਦੀ ਹੈਗੀ ਹੈ ਜਿਹੜੀ ਇੰਨੀ ਕਾਬਲੀ ਹੈ ਨਹੀਂ ਕਿ ਉਹ ਕੇਂਦਰ ਸਰਕਾਰ ਦਾ ਮੁਕਾਬਲਾ ਕਰ ਸਕੇ। ਚਲੋ ਮੈਂ ਦੁਬਾਰਾ ਆਉਣਾ। ਬਲੀਏਵਾਲ ਸਾਹਿਬ, ਤੁਸੀਂ ਸਾਰੇ ਵਿਊ ਸੁਣੇ ਹੋਣਗੇ। ਚੰਨੀ ਸਾਹਿਬ ਨੇ ਇੱਕ ਚੀਜ਼ ਬੜੀ ਸਪਸ਼ਟ ਕਹੀ ਹੈ, ਕਿਉਂਕਿ ਬਿਊਰੋਕਰੇਟ ਨੇ, ਜਾਣਦੇ ਨੇ ਟੈਕਨੀਕੈਲਿਟੀਜ਼ ਨੂੰ, ਕਿ ਇਸ ਨੂੰ ਪੰਜਾਬ ਸਰਕਾਰ ਰੱਦ ਨਹੀਂ ਕਰ ਸਕਦੀ। ਦੇਖੋ ਵਿਜੇਪਾਲ ਜੀ, ਤੁਹਾਡੇ ਚੈਨਲ ਤੇ ਨਾ 2-3 ਗੱਲਾਂ ਬੜੀਆਂ ਕਲੀਅਰ ਜੀਆਂ ਹੋਈਆਂ। ਸਭ ਤੋਂ ਪਹਿਲਾਂ ਤਾਂ ਅਕਾਲੀ ਦਲ ਵਾਲਿਆਂ ਨੇ ਕਲੀਅਰ ਕੀਤੀ ਕਿ ਚਲੋ ਉਦਣ ਜਦੋਂ ਆਲ ਪਾਰਟੀ ਮੀਟਿੰਗ ਹੋਈ ਆ ਉਦਣ ਸੁਖਬੀਰ ਸਿੰਘ ਬਾਦਲ ਬਾਕੀ ਰੁਝੇਵੇਂ ਜ਼ਰੂਰੀ ਸੀ ਪਰ ਪੰਜਾਬ ਦੇ ਮਸਲੇ ਜ਼ਰੂਰੀ ਨਾ ਹੋਣ ਕਰਕੇ ਉਹ ਮੀਟਿੰਗ 'ਚ ਨਹੀਂ ਆਏ। ਤੇ ਠੰਡਲ ਸਾਹਿਬ ਨੇ ਕਲੀਅਰ ਕੀਤਾ ਹੁਣੇ ਕਿ ਉਹ ਜੀ ਹੋਣਾ ਦਾ ਕੁਝ ਨਹੀਂ ਹੈਗਾ, ਚਲੋ ਅਸੀਂ ਚਲੇ ਜਾਵਾਂਗੇ। ਤੇ ਪਰ ਫਿਰ ਵੀ ਮੈਨੂੰ ਉਮੀਦ ਹੈ ਇਹਨਾਂ ਤੋਂ ਕਿ ਵਾਕਆਊਟ ਹੀ ਕਰਕੇ ਆਉਣਗੇ, ਕਹਿਣਗੇ ਹੋਣਾ ਦਾ ਕੁਝ ਹੈ ਨਹੀਂ। ਇੱਥੇ ਯੂਨਿਟੀ ਦਿਖਦੀ ਹੈ ਕਿ ਆਪਾਂ ਪੰਜਾਬ ਵਾਲੇ ਆਪਦੇ ਮਸਲਿਆਂ ਦੇ ਉੱਪਰ ਕਿੰਨੇ ਕੁ ਜ਼ਿਆਦਾ ਸਿੰਸੀਅਰ ਆ। ਦੂਜੀ ਗੱਲ, ਨੀਲ ਗਰਗ ਜੀ ਚਲੋ ਥੋੜੇ ਸਪੋਰਟਿੰਗ ਦਿਖੇ ਮੈਨੂੰ ਕਿ ਠੀਕ ਆ ਕਿ ਹੋਣਾ ਵੀ ਚਾਹੀਦਾ, ਕਰਨਾ ਵੀ ਚਾਹੀਦਾ, ਤੇ ਕਿਉਂਕਿ ਪੰਜਾਬ ਦਾ ਇਸ਼ੂ ਹੈ, ਚਾਹੇ ਸਾਡੇ ਤੇ ਧੱਕਾ ਕੀਤਾ ਜਾ ਰਿਹਾ, ਸਾਡੇ ਕੋਲ ਪਾਵਰ ਹੈ ਜਾਂ ਨਹੀਂ ਹੈ। ਗੱਲ ਇਹ ਹੈ ਕਿ ਵਿਧਾਨ ਸਭਾ ਕੋਲ ਪਾਵਰ ਹੈ, ਵਿਧਾਨ ਸਭਾ ਚੁਣੇ ਹੋਏ ਲੋਕਾਂ ਦੀ ਜਮਾਤ ਹੈ, ਜਿੱਥੇ ਐਗਜ਼ੈਕਟਿਵ ਆਰਡਰ ਪਾਸ ਕਰਕੇ ਚੀਜ਼ਾਂ ਨਹੀਂ ਹੁੰਦੀਆਂ। ਤੇ ਉਹ ਸੰਵਿਧਾਨ ਜਿਹੜਾ 1950 'ਚ ਬਣਾਇਆ ਗਿਆ ਸੀ ਉਸਨੇ ਇਹ ਪਾਵਰ ਦਿੱਤੀ ਹੈ ਸਾਡੇ ਵਿਧਾਨ ਸਭਾ ਨੂੰ। ਸੋ ਉਹ ਵਿਧਾਨ ਸਭਾ ਦੇ ਸਟਰੋਂਗਲੀ ਜਦੋਂ ਇੱਕ ਚੀਜ਼ ਜਾਊਗੀ ਤਾਂ ਕੇਂਦਰ ਵੀ ਹਿੱਲੂਗਾ ਤੇ ਫਿਰ ਕੇਂਦਰ ਵਾਲਿਆਂ ਨੂੰ ਪੁੱਛਾਂਗੇ, ਜੇ ਇਹ ਰੱਦ ਕਰਨਗੇ ਫਿਰ ਉਹਨਾਂ ਚੰਨੀ ਸਾਹਿਬ ਨੇ ਕਿਹਾ ਕਿ ਸੁਪਰੀਮ ਕੋਰਟ ਜਾ ਸਕਦੇ ਆ, ਕਹਾਂਗੇ ਕਿ ਲੋਕਾਂ ਦੀ ਆਵਾਜ਼ ਆ ਪੂਰੇ ਪੰਜਾਬ ਦੀ ਤੇ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਕਿ ਜਿਹੜੇ 15 ਕਿਲੋਮੀਟਰ 'ਚ ਫੜ ਨਹੀਂ ਪਾਏ ਤਾਂ ਫਿਰ ਉਹਨਾਂ ਦਾ 50 ਕਿਲੋਮੀਟਰ ਦਾ ਦਾਇਰਾ ਕਿਉਂ ਨਾ ਘਟਾ ਕੇ 15 ਤੋਂ 5 ਕਰਤਾ ਜਾਵੇ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਉਸ ਨੂੰ ਇੱਕ ਬੇਸ ਵਜੋਂ ਤਿਆਰ ਕੀਤਾ ਜਾ ਰਿਹਾ ਹੈ ਕਿ ਕੱਲ ਨੂੰ ਜਦੋਂ ਉਸ ਨੂੰ ਕੋਰਟ ਦੇ ਵਿੱਚ ਚੈਲੰਜ ਕਰਨਾ ਹੈ ਤਾਂ ਉਸ ਦਾ ਇੱਕ ਗਰਾਊਂਡ ਤਿਆਰ ਕੀਤਾ ਜਾਵੇ ਵਿਧਾਨ ਸਭਾ ਦੇ ਜ਼ਰੀਏ। ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ? ਮੈਂ ਇੱਕ ਬੇਨਤੀ ਕਰਦਾ, ਵਿਧਾਨ ਸਭਾ ਦੇ ਜਿਹੜੇ ਫੈਸਲੇ ਹੋਣੇ ਆ ਉਹ ਤੁਹਾਡੇ ਸਾਹਮਣੇ ਹੋਣੇ ਆ। ਕੀ ਹੁੰਦਾ ਹੈ, ਕਿਉਂਕਿ ਇਹ ਲੜਾਈ ਲੰਬੀ ਆ ਕੇਂਦਰ ਦੇ ਨਾਲ, ਜਿਵੇਂ ਖੇਤੀ ਕਾਨੂੰਨਾਂ ਦੀ ਲੜਾਈ ਆਪਣੀ 1 ਸਾਲ ਚੱਲਦੇ ਨੂੰ ਹੋ ਗਈ ਉੱਥੇ ਉਹਨਾਂ ਨਾਲ, ਇੱਕ ਕਿਉਂ ਪੌਣੇ 2 ਸਾਲ ਹੋ ਚੱਲੇ ਹੁਣ ਤਾਂ, ਤੇ ਉਦੋਂ ਦੀ ਲੜਾਈ ਚੱਲਦੀ ਪਈ ਆ। ਉਹ ਸੁਪਰੀਮ ਕੋਰਟ 'ਚ ਵੀ ਗਏ ਆ, ਕਿਸਾਨ ਆਗੂ, ਸਰਕਾਰਾਂ ਵੀ ਗਈਆਂ ਨੇ। ਜਦੋਂ ਫੈਡਰਲ ਢਾਂਚਾ ਤੋੜਨ ਦੀ ਕੋਸ਼ਿਸ਼ ਕਰ ਰਹੀ ਹੋਏ ਨਾ ਸਰਕਾਰ, ਤੇ ਉਹਦੇ ਨਾਲ ਲੜਨਾ ਤਾਂ ਪੈਣਾ ਹੀ ਹੈ ਵਿਜੇਪਾਲ ਜੀ। ਉਹ ਲੜਾਈ ਜਿਹੜੇ ਵੀ ਸਾਡੇ ਕੋਲ ਅਧਿਕਾਰ ਨੇ ਉਹਦੇ ਸ਼ੀਲਿਆਂ ਨਾਲ ਹੀ ਵਰਤੇ ਜਾ ਸਕਦੇ ਨੇ।
ਤੇ ਉਹ ਲੜਾਈ ਅਸੀਂ ਲੜਾਂਗੇ ਤੇ ਲੋਕਾਂ ਨੂੰ ਜ਼ਰੂਰ ਦੱਸਾਂਗੇ ਕਿ ਇਹ ਕਿਵੇਂ ਸਾਡੇ ਸੰਵਿਧਾਨਿਕ ਰਾਈਟ ਨੇ ਜਿਹੜੇ ਫੈਡਰਲ ਢਾਂਚੇ ਨੂੰ ਤੋੜਨ ਦੀ ਕੋਸ਼ਿਸ਼ ਆ ਬੀਜੇਪੀ ਵਾਲੇ ਕਰ ਰਹੇ ਨੇ, ਔਰ ਤੋਂ ਦੇਸ਼ ਨੂੰ ਬਚਣ ਦੀ ਜ਼ਰੂਰਤ ਹੈ। ਇਹਨੂੰ ਅਸੀਂ ਕੋਈ ਇੱਕ ਬਨਾਨਾ ਰਿਪਬਲਿਕ ਨਹੀਂ ਬਣਾਉਣ ਦੇਣਾ ਹੈਗਾ। ਡੈਮੋਕ੍ਰੈਟਿਕ ਕੰਟਰੀ ਔਰ ਡੈਮੋਕ੍ਰੈਟਿਕ ਕੰਟਰੀ ਨੂੰ ਅਸੀਂ ਉਹਦੇ ਹੱਕ ਲੈ ਕੇ ਦੇਣਾ, ਜਿਹੜਾ ਕਿ ਅਸੀਂ ਇੱਕ ਹਾਂਜੀ ਸੋ ਤੁਸੀਂ ਖੇਤੀ ਕਾਨੂੰਨਾਂ ਨੂੰ ਵੀ ਰੱਦ ਕਰੋਗੇ ਇਸ ਸੈਸ਼ਨ ਦੇ ਵਿੱਚ? ਦੇਖੋ ਗੱਲ ਇਹ ਹੈ ਕਿ ਜੋ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਕੱਲ੍ਹ ਨੂੰ ਸਵੇਰੇ 9:30 ਵਜੇ ਮੀਟਿੰਗ ਹੁੰਦੀ ਹੈ ਰੂਟੀਨ ਤੌਰ ਦੇ ਉੱਪਰ, ਉਹਦੇ ਉੱਪਰ ਵਿਧਾਨ ਸਭਾ ਦੇ ਏਜੰਡੇ ਆ ਜਾਂਦੇ ਨੇ। ਉਹ ਏਜੰਡੇ ਸਰਕਾਰ ਕੀ ਲੈ ਕੇ ਆ ਰਹੀ ਹੈ ਸਵੇਰੇ ਪਤਾ ਲੱਗੂਗਾ। ਇਹ ਕਨਫਰਮ ਹੋ ਗਿਆ ਕਿ 2 ਦਿਨ ਦੀ ਛੁੱਟੀ ਹੈ ਵਿੱਚ, ਤੇ 11 ਨੂੰ ਵੀ ਇਹਨਾਂ ਦੇ ਉੱਪਰ ਡਿਸਕਸ਼ਨ ਹੋਊਗੀ, ਤੇ ਕੱਲ ਨੂੰ ਵੀ ਮੈਨੂੰ ਕੁਝ ਉਮੀਦ ਹੈ ਕਿ ਕੋਈ ਡਿਸਕਸ਼ਨ ਵਾਲਾ ਪੁਆਇੰਟ ਸਵੇਰੇ ਹੀ ਕਲੀਅਰ ਹੋਣਾ ਕਿ ਕਿੰਨੇ ਵਜੇ ਤੱਕ ਚੱਲਣੀ ਹੈ, ਕਿਉਂਕਿ ਪਹਿਲਾਂ 2 ਵਜੇ ਦਾ ਟਾਈਮ ਸੀ, 2 ਤੋਂ 10 ਵਜੇ ਕਰਤਾ ਗਿਆ ਆਈ ਥਿੰਕ। ਤੇ ਉਸ ਅਕੋਰਡਿੰਗਲੀ ਦੇਖੋ ਕੀ ਇਹ ਫੈਸਲੇ ਲੈਂਦੀ ਆ। ਉਹ ਕੱਲ ਤੇ ਸਿਰਫ ਉਹ ਤੇ ਕਲੀਅਰ ਵਿਧਾਨ ਸਭਾ ਦਾ ਪ੍ਰੋਗਰਾਮ ਆ ਗਿਆ, ਉਹ ਤੇ ਬਲੀਏਵਾਲ ਸਾਹਿਬ ਵਿਧਾਨ ਸਭਾ ਦਾ ਪ੍ਰੋਗਰਾਮ ਆ ਗਿਆ, ਉਹ ਕਲੀਅਰ ਹੈ। ਉਹ ਕੱਲ ਸਿਰਫ ਔਬਿਚਰੀਜ਼ ਨੇ 10 ਮਿੰਟ ਦਾ ਸੈਸ਼ਨ ਹੋਏਗਾ, ਉਸ ਤੋਂ ਬਾਅਦ ਖਤਮ ਹੋ ਜਾਏਗਾ, ਫਿਰ 11 ਨੂੰ ਹੀ ਹੋਣਾ ਜੋ ਵੀ ਕੰਮ ਕਰੋ। ਵਿਜੇਪਾਲ ਜੀ, ਮੈਂ ਤੁਹਾਡੇ ਕੋਲ ਬੈਠਣ ਤੋਂ ਪਹਿਲਾਂ ਇੱਕ ਚੀਜ਼ ਦੁਬਾਰਾ ਰੀਕਨਫਰਮ ਕੀਤੀ ਹੈ, ਮੈਨੂੰ ਵੀ ਕਈ ਕਨਫਿਊਜ਼ਨ ਸੀਗੀਆਂ ਵਿੱਚ। ਉਹ ਕਹਿੰਦੇ ਸਵੇਰੇ 9:30 ਵਜੇ ਵਾਲੀ ਮੀਟਿੰਗ 'ਚ ਹੀ ਕੁਝ ਕਨਫਰਮੇਸ਼ਨਸ ਅਗਰ ਕੁਝ ਐਡ ਆਨ ਕਰਨਾ ਹੋਇਆ, ਵਧਾਉਣਾ ਹੋਇਆ, ਤਾਂ ਮੇਬੀ ਦੇਅਰ ਇਜ਼ ਅ ਚਾਂਸ ਕਿ ਕੱਲ ਨੂੰ ਵੀ ਵੱਧ ਸਕਦਾ ਉਹ ਸੈਸ਼ਨ। ਐਸੀ ਕੋਈ ਗੱਲ ਨਹੀਂ ਹੈਗੀ ਕਿ ਕੱਲ ਦਾ ਹਜੇ ਏਜੰਡਾ ਕੁਝ ਹੈਗੇ ਆ, ਕੁਝ ਹਜੇ ਲੈਟਸ ਸੀ ਦਾ ਮਾਰਨਿੰਗ ਕੀ ਹੁੰਦਾ ਹੈ। ਸੈਕੰਡਲੀ ਗੱਲ, ਅਗਰ ਅਕਾਲੀ ਦਲ ਨੂੰ ਇੰਨਾ ਭਰੋਸਾ ਨਹੀਂ ਹੈਗਾ ਆਪਦੇ ਕੀ ਕਹਿੰਦੇ ਆ ਉਹਦੇ ਦੇ ਉੱਪਰ ਵਿਧਾਨ ਸਭਾ ਸੈਸ਼ਨਾਂ ਦੇ ਉੱਪਰ ਤੇ ਬਾਕੀ ਚੀਜ਼ਾਂ ਦੇ, ਫਿਰ ਮਾਰਚ ਕਰਕੇ ਵੀ ਕਿਹੜਾ ਕੁਝ ਮਿਲ ਗਿਆ ਅਟਾਰੀ ਵਾਲੇ ਬਾਰਡਰ ਨੂੰ? ਇੱਕ ਅੱਧਾ ਬੰਦਾ ਐਕਸੀਡੈਂਟ ਦੇ ਵਿੱਚ ਮਰਿਆ ਹੀ ਆ ਇਹਨਾਂ ਦੇ ਉਸ ਮਾਰਚ ਦੇ ਨਾਲ, ਵੀ ਮਿਲਣਾ ਤਾਂ ਕੁਝ ਵੀ ਹੈ ਨਹੀਂਗਾ। ਇੱਕ ਸਿੰਬੋਲਿਕ ਪ੍ਰੋਟੈਸਟ ਹੁੰਦੇ ਨੇ ਆਪਦੀ ਜਿਹੜੀਆਂ ਸਰਕਾਰਾਂ ਨੇ, ਉਹ ਪ੍ਰੋਟੈਸਟ ਅਸੀਂ ਸ਼ੋਅ ਕਰਦੇ ਪਏ, ਉਹ ਖੇਤੀ ਕਾਨੂੰਨਾਂ ਨੂੰ ਲੈ ਕੇ ਹੋਵੇ, BSF ਨੂੰ ਲੈ ਕੇ ਹੋਵੇ, ਜਾਂ ਬਾਕੀ ਚੀਜ਼ਾਂ ਨੂੰ ਲੈ ਕੇ, ਉਹ ਸਟੇਟ ਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਤੇ ਅਸੀਂ ਹਮੇਸ਼ਾ ਇਸ ਨੂੰ ਚੱਕਦੇ ਰਹੇ ਹਾਂ ਤੇ ਅਸੀਂ ਚੱਕਦੇ ਰਵਾਂਗੇ ਜੀ। ਠੰਡਲ ਸਾਹਿਬ, ਮੈਂ ਤੁਹਾਡੇ ਤੋਂ ਜਵਾਬ ਲੈ ਲਾਂ, ਫਿਰ ਚੰਨੀ ਸਾਹਿਬ ਕੋਲੇ ਆਉਣਾ ਹੈ ਕਿ ਬੇਸਿਕਲੀ ਸਿੰਬੋਲਿਕ ਚੀਜ਼ਾਂ ਹੁੰਦੀਆਂ ਨੇ, ਜਿਵੇਂ ਪ੍ਰਿਤਪਾਲ ਜੀ ਕਹਿ ਰਹੇ ਹੈ ਵੀ ਜਿਹੜੇ ਪ੍ਰੋਟੈਸਟ ਹੁੰਦੇ ਨੇ ਜਾਂ ਵਿਧਾਨ ਸਭਾ ਦੇ ਵਿੱਚ ਆ ਕੇ ਵੀ ਮਤਾ ਲਿਆਉਣਾ ਹੈ ਜਾਂ ਕੇਂਦਰ ਸਰਕਾਰ ਨੂੰ ਇੱਕ ਸਟਰੋਂਗ ਮੈਸੇਜ ਦੇਣਾ ਹੈ, ਇਹ ਇੱਕ ਮੈਸੇਜ ਹੀ ਹੁੰਦੇ ਹੈ, ਇੱਕ ਸੁਨੇਹਾ ਦੇਣਾ ਹੁੰਦਾ ਹੈ। ਅਲਟੀਮੇਟਲੀ ਕਾਨੂੰਨ ਭਾਵੇਂ ਸੈਂਟਰ ਬਣਾ ਰਿਹਾ ਹੈ, ਪਰ ਮਸਲਾ ਇਸ ਵੇਲੇ ਸਿੱਧਾ ਜਿਹੜਾ ਹੈ ਉਹ ਫੈਡਰਲ ਸਟਰਕਚਰ ਦਾ ਹੈ, ਔਰ ਅਕਾਲੀ ਦਲ ਤਾਂ ਸ਼ੁਰੂ ਤੋਂ ਅੱਜ ਤੱਕ ਫੈਡਰਲ ਸਟਰਕਚਰ ਦਾ ਹਮ ਹੀ ਰਿਹਾ। ਬਾਦਲ ਸਾਹਿਬ ਪਹਿਲੇ ਦਿਨੋਂ ਇਹ ਕਹਿੰਦੇ ਰਹੇ ਆ ਕਿ ਸਟੇਟਾਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਆ, ਅਸੀਂ ਸਟੇਟਾਂ ਦੇ ਵੱਧ ਅਧਿਕਾਰਾਂ ਦੇ ਨਾਲ ਖੜੇ ਆ, ਉਹਦੇ ਲਈ ਜਿੰਨੇ ਮਰਜ਼ੀ ਪ੍ਰੋਟੈਸਟ ਕਰਨੇ ਪੈ ਜਾਣ, ਸਿੰਬੋਲਿਕ ਹੁੰਦੇ ਆ। ਦੇਖੋ ਬਰਾੜ ਸਾਹਿਬ, ਜਿਹੜੀ ਮੈਂ ਗੱਲ ਆਖੀ ਸੀ, ਮੈਂ ਉਹਨੂੰ ਬੜਾ ਸਾਫ਼ ਕੀਤਾ ਕਿ ਵਿਧਾਨ ਸਭਾ ਦੇ ਵਿੱਚ ਪਹਿਲਾਂ ਵੀ ਇਹ ਕਾਂਗਰਸ ਸਰਕਾਰ ਮਤੇ ਲਿਆ ਚੁੱਕੀ ਆ, ਬਿੱਲ ਪਾਸ ਕਰ ਚੁੱਕੀ ਆ, ਚਾਹੇ ਉਹ ਪਹਿਲਾਂ ਦਾ ਅਮੈਂਡਮੈਂਟਸ ਕੀਤੀਆਂ ਸੀ ਸ਼ਾਇਦ ਕੁਝ, ਨਹੀਂ ਉਹ ਨਹੀਂ ਕਿਹਾ, ਇਦਾਂ ਹੀ ਸੀਗਾ ਕਿ ਅਸੀਂ ਉਹਦੇ ਸੋਧ ਕੀਤੀ ਆ, ਪਰ ਇਹਨਾਂ ਨੇ ਹਾਲੇ ਤੱਕ ਜਿਹੜਾ ਆਪਣਾ ਮਤਾ 17 ਅਗਸਤ ਨੂੰ ਪਾਇਆ ਸੀ ਖੇਤੀ ਕਾਨੂੰਨਾਂ ਦਾ, ਉਹ ਅੱਜ ਤੱਕ ਰੱਦ ਨਹੀਂ ਕੀਤਾ, ਕਿਉਂਕਿ ਇਹਨਾਂ ਨੂੰ ਲੀਗਲੀ ਪਤਾ ਆ ਕਿ ਜਿਹੜਾ ਇਹ ਬਿੱਲ ਇਹ ਕਰ ਰਹੇ ਆ, ਭੇਜ ਰਹੇ ਬਿੱਲ ਨਹੀਂ ਪਾਸ ਕਰਨਾ, ਉਹਦੀ ਕੋਈ ਕੀਮਤ ਜਿਹੜੀ ਆ ਉਹ ਨਹੀਂ ਹੈਗੀ। ਨੰਬਰ 2 ਦੇ ਉੱਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਆ ਅਕਾਲੀ ਦਲ ਦੀ, ਦੇਖੋ ਅਕਾਲੀ ਦਲ ਜਿਹੜਾ ਆ ਉਹ ਹਮੇਸ਼ਾ ਵੱਧ ਅਧਿਕਾਰਾਂ ਦੀ ਗੱਲ ਕਰਦਾ ਰਿਹਾ। ਸਾਡੇ ਖਿਲਾਫ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਜਿਹੜੀ ਆ ਉਹ ਸਾਡੇ ਤੇ ਲੱਗੀ, ਅਸੀਂ ਉਸ ਵੇਲੇ ਮੰਗ ਕਰਦੇ ਸੀ ਕਿ ਸਟੇਟਾਂ ਨੂੰ ਵੱਧ ਅਧਿਕਾਰ ਚਾਹੀਦੇ ਆ, ਅਸੀਂ ਅੱਜ ਵੀ ਫੈਡਰਲ ਢਾਂਚੇ ਦੇ ਨਾਲ ਖੜੇ ਆ, ਪਰ ਕਾਂਗਰਸ ਅੱਜ ਤੇ ਗੱਲ ਕਰਕੇ ਕ੍ਰੈਡਿਟ ਲੈਣਾ ਚਾਹੁੰਦੀ ਆ। ਫਿਰ ਉਹ ਪਿਛਲਾ ਆਪਾਂ ਇਤਿਹਾਸ ਦੇਖਦੇ ਆ, ਉਹਦੇ ਵਿੱਚ ਅੱਜ ਤੱਕ ਕਿੰਨੀ ਕੁ ਵਾਰੀ ਇਹ ਕਾਂਗਰਸ ਜਿਹੜੀ ਆ ਸੈਂਟਰ ਤੇ ਜਦੋਂ ਸਾਡੀਆਂ ਸਰਕਾਰਾਂ ਟੁੱਟਦੀਆਂ ਰਹੀਆਂ ਜਾਂ ਪੰਜਾਬ ਦੇ ਉੱਪਰ ਹਮਲੇ ਹੁੰਦੇ ਰਹੇ, ਕਦੀ ਕਾਂਗਰਸ ਨੇ ਹਾਦਾ ਨਾਰਾ ਮਾਰਿਆ। ਇਹਨਾਂ ਦਾ ਜਿਹੜਾ ਪੁਰਾਣਾ ਰਿਕਾਰਡ ਆ, ਬਲੀਆਵਾਲ ਸਾਹਿਬ ਗੱਲ ਤਾਂ ਕਰਦੇ ਆ ਕਿ ਜਦੋਂ ਅੰਮ੍ਰਿਤਸਰ ਤੇ ਹਮਲਾ ਕਰਦਾ ਉਸ ਵੇਲੇ ਦੇ ਮੌਕੇ ਤੇ ਡੀਸੀ ਨੇ ਨਹੀਂ ਦਿੱਤਾ ਸੀ ਉਹਨੂੰ, ਉਹਨਾਂ ਨੂੰ ਆਪਾਂ ਫਿਰ ਬਾਹਲੀਆਂ ਪੁਰਾਣੀਆਂ ਗੱਲਾਂ ਚਲੇ ਗਏ ਤਾਂ ਫਿਰ ਆਪਾਂ ਆਪਦਾ ਮੁੱਦੇ ਤੋਂ ਭੜਕ ਜਾਾਂਗੇ, ਡੀਰੇਲ ਹੋ ਜਾਂਦਾ ਇਸ਼ੂ। ਉਹ ਇਸ਼ੂ ਖੜੇ ਨੇ, ਉਹ ਸਟੈਂਡ ਕਰਦੇ ਨੇ, ਉਹ ਅਲੱਗ, ਉਹ ਆਪਣੇ ਅਲੱਗ ਤਰੀਕੇ ਨਾਲ ਉਹਨਾਂ ਤੇ ਬਹਿਸ ਹੋ ਸਕਦੀ ਹੈ। ਚੰਨੀ ਸਾਹਿਬ, ਮੈਂ ਫਿਰ ਤੁਹਾਡੇ ਕੋਲੋਂ ਇਸ ਚੀਜ਼ ਦਾ ਚਾਹੂੰਗਾ, ਤੁਸੀਂ ਇਸ ਵੇਲੇ ਸਟੇਟ ਦੇ ਲੀਡਰ ਹੋ, ਬੀਜੇਪੀ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹੋ, ਕਿ ਤੁਸੀਂ ਨਹੀਂ ਸਮਝਦੇ ਕਿ ਫੈਡਰਲ ਸਟਰਕਚਰ ਜਿਹੜਾ ਹੈ ਉਹ ਮਜ਼ਬੂਤ ਹੋਣਾ ਚਾਹੀਦਾ, ਔਰ ਹਰ ਗੱਲ ਦੇ ਵਿੱਚ ਪਹਿਲੀ ਗੱਲ ਤੇ ਕੇਂਦਰ ਨੂੰ ਉਸ ਤਰੀਕੇ ਨਾਲ ਦਖਲ ਨਹੀਂ ਦੇਣਾ ਚਾਹੀਦਾ, ਪਰ ਜੇ ਕੇਂਦਰ ਨੇ ਕੋਈ ਫੈਸਲੇ ਲੈਣੇ ਵੀ ਹੈ ਸਟੇਟ ਲਾਅ ਐਂਡ ਆਰਡਰ ਇਸ਼ੂ ਨੂੰ ਲੈ ਕੇ ਜਾਂ ਬਾਰਡਰ ਏਰੀਆ ਦੇ ਕੰਸਰਨ ਨੂੰ ਲੈ ਕੇ, ਘੱਟੋ ਘੱਟ ਸਟੇਟਾਂ ਦੇ ਨਾਲ ਡਿਸਕਸ ਕੀਤਾ ਜਾਵੇ, ਸਟੇਟਾਂ ਦੀ ਸਲਾਹ ਲਈ ਜਾਵੇ। ਨਾ ਫਾਰਮਰ ਇਸ਼ੂ ਦੇ ਵਿੱਚ ਸਟੇਟਾਂ ਨੂੰ ਪੁੱਛਿਆ ਗਿਆ ਤੇ ਨਾ BSF ਵਾਲੇ 'ਚ ਪੁੱਛਿਆ ਗਿਆ, ਕੁਝ ਫਾਰਮੈਲਿਟੀਜ਼ ਜ਼ਰੂਰ ਹੋਈਆਂ, ਉਸ ਦੀ ਡਿਟੇਲ ਦਿੱਤੀ ਹੈ
ਇਹ ਕਾਂਗਰਸ ਪਾਰਟੀ ਨੇ ਉਸ ਵੇਲੇ ਜਦੋਂ ਮਨਪ੍ਰੀਤ ਬਾਦਲ ਉਹਨਾਂ ਮੀਟਿੰਗਾਂ 'ਚ ਜਾਂਦੇ ਰਹੇ, ਪਰ ਅਲਟੀਮੇਟਲੀ ਫੈਸਲੇ ਸੈਂਟਰ ਆਪਦੇ ਪੱਧਰ ਤੇ ਜਾਂ ਬਹੁਤ ਸੰਮਤੀ ਦੇ ਨਾਲ ਹੀ ਕਰਦਾ। ਦੇਖੋ ਵਿਜੇਪਾਲ, ਇਹ ਨਾ ਸਿਰਫ ਯੂ ਟਰਨ ਦਾ ਰਿਵਾਜ ਸਾਡੇ ਪੈ ਗਿਆ। ਅਸੀਂ ਜਿਹੜੀ ਗੱਲ ਕੀਤੀ ਹੈ ਜਾਂ ਜਿਹੜੀ ਗੱਲ ਉਹ ਤੋਂ ਮੁੱਕਰਨ ਤੇ ਅਸੀਂ ਪਤਾ ਨਹੀਂ ਕਿਉਂ ਇੰਨੇ ਮਾਰ ਹੋ ਗਏ ਜੀ। ਜੇ ਆਪਾਂ ਇਹ ਗੱਲ ਕਰ ਲਈਏ ਕਿ BSF ਦੀ ਗੱਲ ਕਰ ਲਈਏ, ਪਹਿਲਾਂ ਕੈਪਟਨ ਸਾਹਿਬ ਕਹਿੰਦੇ ਰਹੇ ਜੀ ਸਾਡੇ ਤੁਸੀਂ ਜਿਹੜਾ ਹੈਗਾ ਇੱਥੇ ਡਰੋਨਸ ਆ ਰਹੇ ਆ ਤੇ ਸਾਨੂੰ ਬਹੁਤ ਵੱਡੀ ਥ੍ਰੈਟ ਹੈ। ਕਿ ਜਿਹੜਾ ਚੀਫ ਮਿਨਿਸਟਰ ਹੁੰਦਾ ਹੈ ਕਿਸੇ ਵੀ ਸਟੇਟ ਦਾ, ਹੀ ਇਜ਼ ਦੀ ਓਨਲੀ ਰਿਪਰੈਜ਼ੈਂਟੇਟਿਵ ਆਫ ਦੀ ਸਟੇਟ। ਸੈਂਟਰ ਨੇ ਹਰੇਕ ਬੰਦੇ ਨਾਲ ਗੱਲ ਨਹੀਂ ਕਰਨੀ ਔਰ ਨਾ ਹੀ ਕੈਬਨਿਟ ਦੇ ਹਰੇਕ ਮਿਨਿਸਟਰ ਨਾਲ ਕਰਨੀ ਹੁੰਦੀ। ਪਹਿਲਾਂ ਉਹਨਾਂ ਨੇ ਕਿਹਾ। ਫਿਰ 5 ਅਕਤੂਬਰ ਨੂੰ ਚੰਨੀ ਸਾਹਿਬ ਗਏ, ਉਹ ਵੀ ਅਮਿਤ ਸ਼ਾਹ ਜੀ ਨੂੰ ਮਿਲ ਕੇ ਆਏ ਤੇ ਕਹਿੰਦੇ ਜੀ ਸਾਡਾ ਜਿਹੜਾ ਇੰਟਰਨੈਸ਼ਨਲ ਬਾਰਡਰ ਹੈ ਉਹਨੂੰ ਸੀਲ ਕਰ ਦਿਓ। ਉਸ ਤੋਂ ਬਾਅਦ 11 ਅਕਤੂਬਰ ਨੂੰ ਇਹ ਜਿਹੜੀ ਨੋਟੀਫਿਕੇਸ਼ਨ ਹੈ ਇਹ ਆਉਂਦੀ ਹੈ। ਔਰ ਇਹਦੇ ਵਿੱਚ ਹੋਰ ਤੁਸੀਂ ਦੇਖੋ, ਅੱਜ ਤੱਕ ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ ਇਹਨਾਂ ਦੀ ਹਾਈ ਕਮਾਂਡ ਹੈ ਉਹਦੇ ਵੱਲੋਂ ਕੋਈ ਕਿੰਤੂ ਪਰੰਤੂ ਨਹੀਂ ਹੈਗਾ। ਵੇਅਰ ਐਜ਼ 2 ਸਟੇਟਾਂ ਇਹਨਾਂ ਦੀਆਂ ਨੇ, ਨਾ ਰਾਜਸਥਾਨ ਦੀ ਸਟੇਟ ਗਵਰਨਮੈਂਟ ਦਾ ਕੋਈ ਉਹਨਾਂ ਨੇ ਕੋਈ ਆਬਜੈਕਟ ਕੀਤਾ, ਨਾ ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ ਇਹਨਾਂ ਦੀ ਹਾਈ ਕਮਾਂਡ ਆ ਉਹਨਾਂ ਨੇ ਕੀਤਾ ਹੈਗਾ। ਔਰ ਇਹਦੇ ਵਿੱਚ ਤੁਸੀਂ ਦੇਖੋ ਜਿਹੜੀ BSF ਹੈ ਉਹ ਇੱਕ ਪੈਰਾਮਿਲਟਰੀ ਫੋਰਸ ਹੈ, ਹਿੰਦੁਸਤਾਨ ਜਾਂ ਭਾਰਤ ਦੀ ਉਹ ਫੋਰਸ ਹੈਗੀ ਹੈ, ਉਹ ਕੋਈ ਪਾਕਿਸਤਾਨ ਦੀ ਫੋਰਸ ਨਹੀਂ ਹੈਗੀ। ਉਹਨਾਂ ਨੇ ਜੇ ਆਪਾਂ ਨੂੰ ਇੰਨੀ ਦੇਰ ਤੋਂ 15 ਕਿਲੋਮੀਟਰ ਦੇ ਵਿੱਚ ਜੇ ਕੋਈ ਆਪਾਂ ਨੂੰ ਤਕਲੀਫ ਨਹੀਂ ਹੋਈ ਜਾਂ ਕੋਈ ਕਠਿਨਾਈ ਨਹੀਂ ਆਈ ਤੇ ਜੇ ਉਹ ਕੰਪਲੀਮੈਂਟ ਕਰ ਰਹੇ ਹੈਗੇ, ਮੰਨ ਲਓ ਆ ਪਿੱਛੇ ਜੇ ਉਹਨਾਂ ਨੇ ਇੱਕ ਬੰਦਾ ਫੜਿਆ ਸੀਗਾ, ਉਹ ਫੜ ਕੇ ਉਹਨਾਂ ਨੇ ਪੰਜਾਬ ਪੁਲਿਸ ਨੂੰ ਦੇਤਾ। ਜਿਹੜੀ ਸਾਰੀ ਅਥਾਰਟੀ ਹੈਗੀ ਹੈ ਪ੍ਰੋਸੀਕਿਊਸ਼ਨ ਦੀ ਔਰ ਜਾਂ ਜੁਡੀਸ਼ੀਅਲ ਸਿਸਟਮ ਦੀ, ਉਹ ਇੰਟੈਕਟ ਹੈਗੀ ਹੈ। ਤੋ ਇਹਦੇ ਵਿੱਚ ਕੋਈ ਨਵੀਂ ਚੌੜੀ ਗੱਲ ਨਹੀਂ ਹੈਗੀ। ਔਰ ਜਿਹੜੀਆਂ ਫੋਰਸਸ ਨੇ ਇਹ ਪ੍ਰੋਪਰ ਕੋਆਰਡੀਨੇਸ਼ਨ ਦੇ ਨਾਲ, ਕੋਆਪਰੇਸ਼ਨ ਦੇ ਨਾਲ ਕੰਮ ਕਰਦੀਆਂ ਨੇ। ਇਹ ਜਿਹੜੇ ਦੇਖੋ ਪੋਲੀਟੀਕਲੀ ਆਪਾਂ ਜੋ ਮਰਜ਼ੀ ਕਹੀ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ CM ਸਾਹਿਬ ਨਾਲ ਸਲਾਹ ਕਰਕੇ ਹੋਇਆ, ਤੁਹਾਡੇ ਕਹਿਣ ਦਾ ਮਤਲਬ ਇਹ ਹੈ? ਬਿਲਕੁਲ ਹੈ। ਤੁਸੀਂ ਨਹੀਂ ਤਾਂ ਫਿਰ ਹਾਈ ਕਮਾਂਡ ਕਹੇ ਇਹਨਾਂ ਦੀ ਕੁਝ ਜਾਂ CM ਸਾਹਿਬ ਕਹਿਣ ਕੁਝ ਵੀ, ਮੈਂ ਨਹੀਂ ਕਹਿ ਕੇ ਉਹਨਾਂ ਨੇ ਉਸ ਤੋਂ ਬਾਅਦ ਇੱਕ ਟਵੀਟ ਜ਼ਰੂਰ ਕੀਤਾ ਕਿ ਜਦੋਂ ਯੂਟਰਨ, ਮੈਂ ਕਿਹਾ ਕਿ ਯੂਟਰਨ ਦਾ ਵੇਲਾ ਆ ਗਿਆ, ਇਲੈਕਸ਼ਨ ਆ ਗਏ, ਦੇਖਦੇ ਵੀ ਕਿਹੜੀ ਚੀਜ਼ ਸਾਨੂੰ ਸੂਟ ਕਰਦੀ ਹੈ ਕਿਹੜੀ ਨਹੀਂ ਕਰਦੀ। ਜਿਹੜੀ ਨਹੀਂ ਕਰਦੀ ਉਹਦੇ ਨਾਲ ਹੀ ਮੁੱਕਰ ਜਾਂਦੇ ਨੇ। ਬਲੀਏਵਾਲ ਸਾਹਿਬ ਜਵਾਬ ਦੇ ਦਿਓ ਇਹਦਾ। ਫਿਰ ਮੈਂ ਗਰਗ ਸਾਹਿਬ ਕੋਲ ਆਉਣਾ, ਜਿਹੜੀ ਗੱਲ ਚੰਨੀ ਸਾਹਿਬ ਕਹਿ ਰਹੇ ਆ ਇਹ ਵੀ ਚੰਨੀ ਸਾਹਿਬ ਨੇ, ਤੁਹਾਡੇ ਵੀ ਚੰਨੀ ਸਾਹਿਬ ਨੇ। ਦੇਖੋ ਵਿਜੇਪਾਲ ਨੇ ਨਾਮ ਸੇਮ ਹੀ ਹੈ। ਸਾਡੇ ਵੀ ਚੰਨੀ ਜੀ ਨੇ। ਚੰਨੀ ਜੀ ਹੁਣ ਮੈਂ ਉਹੀ ਕਹਿ ਰਿਹਾ, ਚੰਨੀ ਸਾਹਿਬ ਨੂੰ ਚੰਨੀ ਸਾਹਿਬ ਦੀ ਇੱਕ ਪ੍ਰੈਸ ਕਾਨਫਰੰਸ ਯਾਦ ਹੋਊਗੀ ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਗਿਆ ਤੇ ਮੈਂ ਉਹਨਾਂ ਨਾਲ ਇਹ ਗੱਲ ਕੀਤੀ ਬਾਰਡਰ ਸੀਲ ਕਰਨ ਦੀ, ਬਾਰਡਰ ਦਾ ਰਕਬਾ ਵਧਾਉਣ ਦੀ ਗੱਲ ਨਹੀਂ ਕੀਤੀ ਕਿ ਕਿੱਥੇ ਵੀ ਜਾ ਕੇ ਘੁਸਪੈਠ ਕਰਦੇ BSF। ਮੈਂ ਇਸ ਘੁਸਪੈਠ ਦੀ ਗੱਲ ਇਸ ਕਰਕੇ ਕਹਿ ਰਿਹਾ ਕਿ ਕਿਤੇ ਵੀ ਜਾ ਕੇ ਤਲਾਸ਼ੀ ਲੈ ਸਕਦੇ ਆ, ਕਿਸੇ ਨੂੰ ਵੀ ਕਿਤੇ ਵੀ ਪੁੱਛਗਿੱਛ ਕਰ ਸਕਦੇ ਆ, ਕਿਉਂਕਿ ਜਿਹੜਾ ਉਹਨਾਂ ਦੇ ਅਧਿਕਾਰ ਖੇਤਰ 'ਚ ਨਹੀਂ ਹੈਗਾ। ਇਸ ਚੀਜ਼ ਤੇ ਸਪਸ਼ਟੀਕਰਨ ਚੰਨੀ ਜੀ ਨੇ ਕਿਹਾ, ਉਸੇ ਦਿਨ ਦਿੱਤਾ ਮੇਰੇ ਹਿਸਾਬ ਨਾਲ, ਹਫ਼ਤੇ 10 ਦਿਨ ਪਹਿਲਾਂ ਜਿੱਦਣ ਆਲ ਪਾਰਟੀ ਮੀਟਿੰਗ ਸੀ ਉਸ ਦਿਨ ਉਹਨਾਂ ਨੇ ਇਸ ਦੀ ਦਰੁਸਤੀ ਵੀ ਕੀਤੀ ਹੈ। ਸੋ ਗੱਲਾਂ ਇਹ ਨੇ ਕਿ ਪੁੱਛਿਆ ਗਿਆ ਕਿ ਨਹੀਂ ਗਿਆ, ਉਹ ਕਹਿੰਦੇ ਮੈਂ ਤਾਂ ਕਹਿ ਕੇ ਆਇਆ ਕਿ ਉੱਥੋਂ ਡਰੋਨ ਆ ਰਹੇ ਆ, ਡਰੋਨ ਆ ਰਹੇ ਨੇ, ਸੱਚੀ ਗੱਲ ਹੈ। ਨਸ਼ਾ ਵੀ ਆ ਰਿਹਾ, ਬਾਰਡਰ ਸੀਲ ਕਰਨ ਦੀ ਗੱਲ ਕੀਤੀ ਹੈ ਤਾਂ ਕੀਤੀ ਹੈ ਜੀ, ਬਿਲਕੁਲ ਕਿਹਾ ਕਿ ਬਾਰਡਰ ਨੂੰ ਸੀਲ ਕਰੋ, ਤੁਸੀਂ ਹੋਰ ਮੇਨਟੇਨ ਕਰੋ, ਉੱਥੇ ਕੈਪਟਨ ਸਾਹਿਬ ਦੇ ਬਿਆਨਾਂ ਨਾਲ ਸਹਿਮਤ, ਜਿੰਨਾ ਡਰੋਨ ਫੜ ਸਕੋ। ਇਹ ਥੋੜਾ ਫਿਰ ਦੇਖੋ, ਮੈਂ ਕੈਪਟਨ ਸਾਹਿਬ ਦੇ ਬਿਆਨਾਂ ਨਾਲ, ਜਦੋਂ ਕੈਪਟਨ ਸਾਹਿਬ ਵਿਦਨ ਦਾ ਪਾਰਟੀ ਸੀਗੇ, ਮੁੱਖ ਮੰਤਰੀ ਸੀ, ਉਹ ਸਹਿਮਤ ਸੀਗੇ। ਹੁਣ ਇਹ 50 ਕਿਲੋਮੀਟਰ ਵਾਲੀ ਚੀਜ਼ ਦੇ ਵਿੱਚ ਤੇ ਮੈਂ ਤਾਂ ਸਹਿਮਤ ਹੈ ਨਹੀਂਗਾ ਵਿਜੇਪਾਲ ਦੀ, ਸੱਚੀ ਗੱਲ ਇਹ ਹੈ। ਕਿਉਂਕਿ ਗੱਲ ਹੈ ਕਿ ਜਦੋਂ ਜਿਹੜੀ ਫੋਰਸ ਇਸ ਵੇਲੇ ਕੰਮ, ਮੈਂ ਨਹੀਂ ਕਹਿ ਰਿਹਾ ਕਿ ਨਿਕੰਮੀ ਹੈਗੀ ਜਾਂ ਉਹ ਤੋਂ ਫੇਲ ਹੋਈ ਹੈ, ਗੱਲ ਇਹ ਹੈ ਕਿ ਜਿਹੜੀਆਂ ਚੀਜ਼ਾਂ ਸਾਡੀ ਪੁਲਿਸ ਇੱਥੇ ਫੜਦੀ ਪਈ ਆ ਤਾਂ ਉੱਥੇ BSF ਨੂੰ ਅਧਿਕਾਰ ਘਟਾਉਣੇ ਚਾਹੀਦੇ ਆ, ਵਧਾਉਣੇ ਨਹੀਂ ਚਾਹੀਦੇ। ਦੂਜੇ ਇਹਨਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਗੱਲ ਕੀਤੀ, ਉਹਨਾਂ ਨੇ ਇਸ ਤੇ ਸਟੈਂਡ ਨਹੀਂ ਦਿੱਤਾ। BSF ਦਾ ਜਿਹੜਾ ਰਾਜਸਥਾਨ ਦਾ ਰਕਬਾ ਵਾ ਉਹ ਤਾਂ ਪੁਰਾਣਾ ਹੀ ਉਹੀ ਆ, ਉਹ ਰਤੇਲਾ ਏਰੀਆ ਵਾ, ਉੱਥੇ ਕੋਈ ਵਸੋ ਵੀ ਹੈ ਨਹੀਂ। ਇੱਥੇ ਦਾ ਜਿੱਥੋਂ ਬਿਆਸ, ਬਟਾਲਾ, ਜਿੰਨਾ ਸਾਰੇ ਦੇ ਸ਼ਹਿਰ, ਪੂਰੇ ਦਾ ਪੂਰਾ ਗੁਰਦਾਸਪੁਰ ਵਿੱਚ ਆ ਗਿਆ, ਉੱਥੇ ਤੱਕ ਪਠਾਨਕੋਟ ਆ ਗਿਆ, ਤਰਨਤਾਰਨ ਦਾ ਪੂਰਾ ਜ਼ਿਲ੍ਹਾ ਆ ਗਿਆ, ਅੱਧਾ ਪੰਜਾਬ ਤਾਂ ਤੁਸੀਂ 27,000 ਵਰਗ ਖੇਤਰ ਲੈ ਗਏ ਹੋ। ਤੇ ਅਸੀਂ ਕਿਉਂ ਨਾ ਰੌਲਾ ਪਾਈਏ? ਅਸੀਂ ਤਾਂ ਛੋਟੀ ਸੂਬਿਆਂ ਤੋਂ ਸੂਬੀ ਬਣ ਕੇ ਰਹਿ ਗਏ ਆ। ਉਹ ਸੂਬੀ ਨੂੰ ਵੀ ਬਚਾਉਣ ਦੇ ਲਈ ਤੁਸੀਂ ਚਾਹੁੰਦੇ ਹੋ ਕਿ ਉਹਦਾ ਵੀ ਅੱਧ ਕਰਤਾ ਜਾਵੇ। ਉਹ ਅੱਧ ਦੀ ਲੜਾਈ ਬਚਾਉਣ ਦੇ ਲਈ ਅਸੀਂ ਤੁਹਾਡੇ ਨਾਲ ਲੜਾਈ ਲੜ ਰਹੇ ਹਾਂ, ਜੋ ਕਿ ਸਾਡਾ ਅਧਿਕਾਰ ਹੈ। ਜੋ ਉਸ ਅਧਿਕਾਰ ਨੂੰ, ਪੰਜਾਬੀਆਂ ਦੇ ਅਧਿਕਾਰ ਨੂੰ ਅਸੀਂ ਖੋਣ ਨਹੀਂ ਦੇਣਾ, ਕਿਉਂਕਿ ਇਹ ਡੈਮੋਕ੍ਰੈਟਿਕ ਤੰਤਰ ਹੈ। ਤੁਸੀਂ ਕਹਿੰਦੇ ਹੋ ਮੁੱਖ ਮੰਤਰੀ ਨਾਲ ਗੱਲ ਹੋਈ, ਮੁੱਖ ਮੰਤਰੀ ਦਾ ਕੋਈ ਰਿਟਨ ਕੰਸੈਂਟ, ਮੈਂ ਓਪਨ ਚੈਲੰਜ ਕਰਦਾ ਚੰਨੀ ਸਾਹਿਬ ਨੂੰ, ਕੋਈ ਰਿਟਨ ਕੰਸੈਂਟ ਚਰਨਜੀਤ ਚੰਨੀ ਦਾ ਜਾਂ ਕੈਪਟਨ ਅਮਰਿੰਦਰ ਸਿੰਘ ਦਾ ਦਿਖਾਣ ਕੇ ਉੱਥੇ ਦਿੱਤਾ ਹੋਵੇ, ਜਿਹੜਾ ਕਿ ਹਾਂ ਬਈ ਸਾਡਾ 50 ਕਿਲੋਮੀਟਰ ਰੇਡੀਅਸ ਕਰ ਦੋ, ਜੋ ਕਿਹਾ। ਫਿਰ ਚੰਨੀ ਸਾਹਿਬ ਆਪਦਾ ਸਪਸ਼ਟੀਕਰਨ ਦੇਣਗੇ, ਪਰ ਇਹ ਸਪਸ਼ਟੀਕਰਨ ਇਹ ਚੰਨੀ ਸਾਹਿਬ ਜ਼ਰੂਰ ਦੇ ਕੇ ਜਾਣ।
ਤੁਸੀਂ ਚੰਨੀ ਸਾਹਿਬ ਪੂਰਾ ਕਨਫਰਮ ਕਰ ਦਿਆ ਕਰੋ ਜਾਂ ਪੂਰਾ ਨਾਂ ਲੈ ਦਿਆ ਕਰੋ, ਕਿਤੇ ਹੋਰ ਮੁੜ ਕੇ ਕਲਿੱਪਾਂ ਵਾਇਰਲ ਹੋ ਜਾਂਦੀਆਂ ਕਿ ਕਿਹੜੇ ਚੰਨੀ ਸਾਹਿਬ ਨੂੰ ਚੈਲੰਜ ਕਰ ਰਹੇ ਹੋ। ਗਰਗ ਸਾਹਿਬ ਤੁਹਾਡੇ ਤੋਂ ਕਮੈਂਟ ਚਾਹੂੰਗਾ ਮੈਂ ਜੀ। ਵਿਜੇਪਾਲ ਬਰਾੜ ਜੀ, ਗੱਲ ਇਹ ਹੈਗੀ ਹੈ ਕਿ ਅਸਲ ਦੇ ਵਿੱਚ ਇਹ ਜਿਹੜੀ ਸੂਬਿਆਂ ਦੀ ਅਤੇ ਕੇਂਦਰ ਦੀ ਲੜਾਈ ਹੈ, ਇਹ ਕਮਜ਼ੋਰ ਕਿਉਂ ਹੈਗੀ ਹੈ? ਇਹਦੇ ਪਿੱਛੇ ਸਿੱਧਾ ਜਿਹਾ ਕਾਰਨ ਇਹ ਹੈਗੇ ਵੀ ਜਿਹੜੀਆਂ ਧਿਰਾਂ ਨੇ, ਨੈਸ਼ਨਲ ਧਿਰਾਂ ਨੇ, ਚਾਹੇ ਉਹ ਬੀਜੇਪੀ ਹੈ ਤੇ ਚਾਹੇ ਉਹ ਹੈਗੀ ਕਾਂਗਰਸ, ਦੋਨਾਂ ਦੀਆਂ ਪਾਲਿਸੀਆਂ ਹੂਬਹੂ ਸੇਮ ਹੈਗੀਆਂ ਨੇ। ਚਾਹੇ ਉਹ ਖੇਤੀ ਬਿੱਲਾਂ ਦੀ ਗੱਲ ਹੋਵੇ, ਤੁਸੀਂ ਇਹਨਾਂ ਦੇ ਜਾਨੀ ਕਿ ਚੱਕ ਕੇ ਦੇਖ ਲਓ ਚੋਣ ਮੈਨੀਫੈਸਟੋ, ਉੱਥੇ ਵੀ ਉਹੀ ਗੱਲ ਹੈ। ਚਾਹੇ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਮਾਰਨ ਦੀ ਗੱਲ ਹੋਵੇ ਤਾਂ ਵੀ ਉਹੀ ਗੱਲ ਹੈ। ਜਦੋਂ 15 ਕਿਲੋਮੀਟਰ ਦਾ ਦਾਇਰਾ ਵਧਾ ਦਿੱਤਾ ਗਿਆ ਸੀ, ਉਦੋਂ ਕੇਂਦਰ ਦੇ ਵਿੱਚ ਜਿਹੜਾ ਹੈਗਾ ਸਰਕਾਰ ਕੇਂਦਰ ਇਹਨਾਂ ਦੀ ਸੀ, ਕਾਂਗਰਸ ਦੀ ਹੈਗੀ ਸੀ। ਇਸ ਕਰਕੇ ਜਿਹਨਾਂ ਦੀਆਂ ਆਪਣੀਆਂ ਪਾਲਿਸੀਆਂ ਸੇਮ ਹੋਣ, ਉਹ ਲੜਾਈ ਲੜ ਹੀ ਨਹੀਂ ਸਕਦੇ। ਔਰ ਰਹੀ ਗੱਲ ਜਾਨੀ ਕਿ ਅਕਾਲੀ ਦਲ ਜਿਹੜਾ ਕਿ ਝੰਡਾ ਬਰਦਾਰ ਹੁੰਦਾ ਸੀ ਸੂਬਿਆਂ ਦੇ ਵੱਧ ਅਧਿਕਾਰਾਂ ਦਾ, ਜਾਨੀ ਕਿ ਖੇਤਰੀਵਾਦ ਦਾ, ਜਦੋਂ 1997 ਵਿੱਚ ਉਹਦੀ ਬੀਜੇਪੀ ਦੇ ਨਾਲ ਸਾਂਝ ਢਿੱਲੀ ਪੈ ਗਈ, ਉਹਦਾ ਹਿੱਸਾ ਬਣ ਕੇ ਰਹਿ ਗਿਆ। ਹੁਣ ਤੁਸੀਂ ਦੇਖੋ, ਜਦੋਂ 2012 ਦੇ ਵਿੱਚ BSF ਨੂੰ 15 ਕਿਲੋਮੀਟਰ ਦਾ ਦਾਇਰਾ ਦਿੱਤਾ ਗਿਆ ਸੀ, ਕੇਂਦਰ ਸਰਕਾਰ ਨੇ 5 ਵਾਰ ਲੈਟਰ ਜਿਹੜਾ ਹੈਗਾ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਲਿਖੇ। ਉਸ ਸਮੇਂ ਬਾਦਲ ਸਾਹਿਬ ਦੀ ਇੱਥੇ ਸਰਕਾਰ ਸੀ, ਔਰ ਪੰਜਾਂ ਜਿਹੜੀ ਕਿ ਲੈਟਰਾਂ ਦਾ ਕਿਸੇ ਦਾ ਜਵਾਬ ਨਹੀਂ ਦਿੱਤਾ, ਕੋਈ ਉਸ ਦਾ ਵਿਰੋਧ ਨਹੀਂ ਕੀਤਾ। ਅੱਜ ਕਿਹੜੇ ਮੂੰਹ ਨਾਲ ਜਿਹੜੀ ਕਿ ਇਹ ਅਕਾਲੀ ਦਲ ਉਸ ਦਾ ਵਿਰੋਧ ਕਰੇਗਾ? ਜੇ ਵਿਰੋਧ ਕਰੇਗਾ ਵੀ ਤਾਂ ਉਹਦੇ ਚੋਂ ਤਾਕਤ ਨਹੀਂ ਹੋਏਗੀ। ਸੋ ਮੇਰਾ ਕਹਿਣ ਦਾ ਮਤਲਬ ਹੈਗਾ, ਅੰਦਰੋਂ ਸਾਰੇ ਇਹ ਇੱਕੋ ਹੀ ਹੈਗੇ ਹੈ, ਇੱਕੋ ਹੀ ਮਿਲੀ ਜੁਲੀ ਗੇਮ ਹੈਗੀ ਹੈ। ਇਸ ਕਰਕੇ ਇਹ ਜਿਹੜੀ ਲੜਾਈ ਹੈਗੀ ਹੈ ਕਮਜ਼ੋਰ ਨਜ਼ਰ ਆਉਂਦੀ ਹੈ। ਨਹੀਂ, ਸੋ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਇਸ ਸਪੈਸ਼ਲ ਸੈਸ਼ਨ ਦੇ ਜ਼ਰੀਏ ਇੱਕ ਆਖਰੀ ਦਾ ਖੇਡਿਆ ਜਾ ਰਿਹਾ ਹੈ ਕਿ ਵੋਟਾਂ ਨੇੜੇ ਆ ਗਈਆਂ, ਇਹ ਕਹਿਣਾ ਚਾਹ ਰਹੇ ਹੋ? ਦੇਖੋ, ਬਿਲਕੁਲ ਹਾਂ, ਮੈਂ ਬਿਲਕੁਲ ਉਹੀ ਕਹਿ ਰਿਹਾ। ਇੱਕ ਐਲਾਨ ਜਿਵੇਂ ਚੰਨੀ ਸਰਕਾਰ ਦਾ ਤੇ ਪਿਛਲੇ ਦਿਨਾਂ ਦਾ ਜਾਨੀ ਕਿ ਤਕੀਆ ਕਲਾਮ ਇਹ ਰਿਹਾ ਗਿਆ, ਭਾਵੇਂ ਇਹਨਾਂ ਨੇ ਬੋਰਡ ਲਵਾਤੇ ਕਿ ਚੰਨੀ ਕਰਦਾ ਮਸਲੇ ਹੱਲ ਤੇ ਕੋਈ ਹੁੰਦੇ ਨਹੀਂ, ਸਿਰਫ ਐਲਾਨ ਹੁੰਦੇ ਹੈਗੇ। ਤੁਸੀਂ ਦੇਖੋ ਐਲਾਨ ਕਿੰਨੇ ਹੋਏ ਸੀ। 8 ਤਰੀਕ ਨੂੰ ਅਸੀਂ ਬਿਜਲੀ ਦੇ ਸਮਝੌਤੇ ਰੱਦ ਕਰ ਦਿਆਂਗੇ, 8 ਤਰੀਕ ਨੂੰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਦਿਆਂਗੇ, 8 ਤਰੀਕ ਨੂੰ ਅਸੀਂ ਜਿਹੜਾ ਹੈਗਾ ਖੇਤੀ ਕਾਨੂੰਨ ਰੱਦ ਕਰ ਦਿਆਂਗੇ, 8 ਤਰੀਕ ਨੂੰ ਅਸੀਂ ਜਿਹੜਾ ਹੈਗਾ BSF ਵਾਲੇ ਕਾਨੂੰਨ ਰੱਦ ਕਰ ਦਿਆਂਗੇ। ਹਾਲ ਤੱਕ ਇਹਨਾਂ ਦੀ ਤਿਆਰੀ ਹੈ ਨਹੀਂ, ਔਰ ਬਿਲਕੁਲ ਕਨਫਰਮ ਨਿਊਜ਼ ਹੈਗੀ ਹੈ, ਨਾ ਇਹ ਖੇਤੀ ਦੀ ਗੱਲ ਕਰਨ ਇਸ ਸੈਸ਼ਨ ਦੇ ਵਿੱਚ, ਨਾ ਇਹ ਜਾਨੀ ਕਿ ਮੁਲਾਜ਼ਮਾਂ ਦੀ ਗੱਲ ਕਰਨ, ਔਰ ਨਾ ਹੀ ਇਹ ਬਿਜਲੀ ਦੇ ਸਮਝੌਤੇ ਰੱਦ ਕਰਨੇ। ਸਿਰਫ ਅਤੇ ਸਿਰਫ ਜੇ ਗੱਲ ਕਰਨਗੇ ਤਾਂ BSF ਦੇ ਮੁੱਦੇ ਤੇ ਗੱਲ ਕਰਨਗੇ। ਠੰਡਲ ਸਾਹਿਬ ਦੇਖੋ ਬਰਾੜ ਜੀ, ਜਿਹੜੀ ਸਾਰੀ ਗੱਲ ਆ, ਮੈਂ ਫਿਰ ਰਹਿਣੀ ਚਾਹੁੰਦਾ, ਗਰਗ ਜੀ ਵੀ ਕਹਿ ਰਹੇ ਆ ਕਿ ਅਕਾਲੀ ਦਲ ਗੱਲ ਨਹੀਂ ਕਰਦਾ। ਅੱਜ ਤੱਕ ਦਾ ਇਤਿਹਾਸ ਹੈ ਕਿ ਸਾਰੀ ਜਿਹੜੀ ਸਟੇਟ ਦੀ ਗੱਲ ਆ, ਪੰਜਾਬੀ ਲੜਾਈ ਲੜੀ ਸ਼੍ਰੋਮਣੀ ਅਕਾਲੀ ਦਲ ਨੇ ਆ। ਮੈਂ ਜਿਹੜੀ ਗੱਲ ਤੁਸੀਂ ਪਹਿਲਾਂ ਸ਼ੁਰੂ ਕੀਤੀ ਸੀ ਕਿ ਇਹ ਸੈਸ਼ਨ ਦੀ ਕੀ ਮਹੱਤਤਾ ਕੀ ਆ, ਕੀ ਤੋਂ ਨਿਕਲੂਗਾ, ਉਹਦੇ ਨਾਲ ਹੁਣ ਵੀ ਬੜਾ ਕਲੀਅਰ ਆ ਕਿ ਜਿਹੜਾ ਸੈਸ਼ਨ ਕਾਂਗਰਸ ਬੁਲਾ ਰਹੀ ਆ, ਇਹ ਬਿਲਕੁਲ ਇੱਕ ਅੱਖਾਂ ਪੁੱਜਣ ਵਾਲੀ ਗੱਲ ਆ। ਇਹਦਾ ਕੋਈ ਰਿਜ਼ਲਟ ਨਹੀਂ ਨਿਕਲਣਾ, ਕਿਉਂਕਿ ਇਹ ਸੈਂਟਰ ਦਾ ਅਧਿਕਾਰ ਵਾ, ਉਹਨੇ ਕਰ ਦਿੱਤਾ, ਡਾਕਾ ਪੰਜਾਬ ਤੇ ਮਾਰ ਲਿਆ। ਇਹ ਜਾਂਦੇ ਰਹੇ ਆ ਪਹਿਲਾਂ ਮੁੱਖ ਮੰਤਰੀ। ਪਰ ਠੰਡਲ ਸਾਹਿਬ, ਮੰਗ ਤੇ ਵਿਰੋਧੀ ਪਾਰਟੀਆਂ ਦੀ ਹੈ ਨਾ, ਮੰਗ ਤੇ ਵਿਰੋਧੀ ਪਾਰਟੀਆਂ ਦੀ ਹੈ ਕਿ ਸਪੈਸ਼ਲ ਸੈਸ਼ਨ ਬੁਲਾਓ, ਉਹਨਾਂ ਨੇ ਬੁਲਾ ਲਿਆ। ਮੈਂ ਪਿਛਲੀ ਡਿਬੇਟ ਦੇ ਵਿੱਚ ਵੀ ਮੈਂ ਜ਼ਿਕਰ ਕੀਤਾ ਸੀ ਕਿ ਇਹਦਾ ਰਸਤਾ ਇੱਕੋ ਹੀ ਆ ਕਿ ਜਿਹੜੀ ਸਟੇਟ ਗਵਰਨਮੈਂਟ ਵਾ, ਇਹ ਸੁਪਰੀਮ ਕੋਰਟ ਜਾਵੇ। ਸੈਸ਼ਨ ਦਾ ਇਹਨਾਂ ਦਾ ਖੇਤੀ ਵਾਲਾ ਜਿਹੜਾ ਦਾ ਅਧਿਕਾਰ ਸੀ, ਉਹ ਨਹੀਂ ਕਿਸੇ ਨੇ ਪੁੱਛਿਆ ਅੱਜ ਤੱਕ। ਇਹਦੇ ਵਿੱਚ ਇਹਨਾਂ ਨੇ ਕਿੱਡੀ ਵੱਡੀ ਮਾਰਕਾ ਮਾਰ ਲੈਣਾ। ਇਹ ਸਿਰਫ ਲੋਕਾਂ ਵਿੱਚ ਸੱਚੇ ਹੋਣ ਦੀ ਗੱਲ ਵਾ। ਇਹ ਸੈਸ਼ਨ ਚਾਹੇ ਇੱਕ ਦਿਨ ਚਲਾਉਣ, ਚਾਹੇ 2 ਦਿਨ ਚਲਾਉਣ, ਸਿਰਫ ਅੱਖਾਂ ਪੂੰਝਣ ਦੀ ਗੱਲ ਆ। ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਬੜਾ ਸਪਸ਼ਟ ਆ, ਅਸੀਂ ਇਹਦੀ ਹਿਮਾਇਤ ਵੀ ਕਰਾਂਗੇ, ਅਸੀਂ ਲੜਾਈ ਲੜਦੇ ਆ, ਲੜਾਈ ਲੜਾਂਗੇ। ਚੰਨੀ ਸਾਹਿਬ, ਹਾਂਜੀ, ਇਸ ਵੇਲੇ ਮਤਲਬ ਬੇਸਿਕਲੀ ਜਿਹੜੀ ਸਿਚੁਏਸ਼ਨ ਹੈ, ਜਿਹੜੀ ਪੋਜੀਸ਼ਨ ਹੈ, ਉਹ ਸੈਂਟਰ ਵਰਸਸ ਸਟੇਟ ਬਣ ਗਈ ਹੈ। ਸੈਂਟਰ ਵਰਸਸ ਸਟੇਟ ਹੋ ਗਿਆ, ਕੇਂਦਰ ਵਰਸਸ ਸਟੇਟ ਹੋ ਗਿਆ, ਕੇਂਦਰ ਵਰਸਸ ਸੂਬੇ ਹੋ ਗਿਆ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਐਸੇ ਫੈਸਲੇ ਹੋਏ ਆ ਜਿਹਦੇ ਕਰਕੇ ਸੂਬਿਆਂ ਨੂੰ ਅੱਗੋਂ ਸਖਤ ਹੋਣਾ ਪੈ ਰਿਹਾ, ਸੈਸ਼ਨ ਬੁਲਾਉਣੇ ਪੈ ਰਹੇ ਆ, ਮਤੇ ਪਾਸ ਕਰਨੇ ਪੈ ਰਹੇ ਆ, ਔਰ ਫਿਰ ਗੱਲ ਪੋਲੀਟਿਕਸ ਤੇ ਆ ਕੇ ਖੜ ਜਾਂਦੀ ਹੈ। ਚਾਹੇ ਛੋਟਾ ਜਿਹਾ ਫੈਸਲਾ ਵੀ ਹੋਵੇ, ਵਾਰ-ਵਾਰ ਬਿਆਨ ਇਹੀ ਆਉਂਦੇ ਆ ਕਿ ਜੀ ਆਹ ਡੀਜ਼ਲ ਪੈਟਰੋਲ ਨੂੰ ਹੀ ਲੈ ਲਓ ਵੀ ਅਸੀਂ 10-10 ਰੁਪਏ ਘਟਾਤਾ, ਹੁਣ ਸਟੇਟਾਂ ਆ ਗਈਆਂ ਜੀ, ਤੁਸੀਂ ਦੱਸੋ ਜੀ। ਬੀਜੇਪੀ ਵਾਲੇ ਸੂਬਿਆਂ ਨੂੰ ਤਾਂ ਚਲੋ ਫਰਮਾਨ ਜਾਰੀ ਹੋਣੇ ਆ, ਉਹਨਾਂ ਨੇ ਤਾਂ ਘਟਾਉਣਾ ਹੀ ਘਟਾਉਣਾ ਹੈ। ਫਿਰ ਵਿੱਚ ਉਹ ਚੀਜ਼ ਆ ਜਾਂਦੀ ਹੈ ਕਿ ਇੱਧਰ ਕਾਂਗਰਸੀ ਸੂਬੇ ਨੇ, ਹੁਣ ਤੁਸੀਂ ਦੱਸੋ ਕੀ ਕਰਨਾ ਹੈ, ਹੁਣ ਤੁਸੀਂ ਕਿੰਨਾ ਘਟਾਓਗੇ, ਇਹਨੂੰ ਇੰਨਾ ਘਟਾਉਣਾ ਚਾਹੀਦਾ ਸੀ, ਇਹਨੂੰ ਇੰਨਾ ਘਟਾਉਣਾ ਚਾਹੀਦਾ। ਤਰਾਸਦੀ ਇਹ ਹੈ ਕਿ ਅਸੀਂ ਮੁੱਦਿਆਂ ਤੇ ਫੋਕਸ ਕਰਨ ਦੀ ਬਜਾਏ ਪੋਲੀਟਿਕਸ ਦੇ ਵਿੱਚ ਉਲਝ ਕੇ ਰਹਿ ਜਾਂਦੇ ਹਾਂ ਕਿ ਇਹਨੂੰ ਨੀਵਾਂ ਦਿਖਾਉਣਾ, ਇਹਨੂੰ ਨੀਵਾਂ ਦਿਖਾਉਣਾ। ਦੇਖੋ ਵਿਜੇਪਾਲ, ਸਾਡੇ ਮੁਲਕ ਦਾ ਸੰਵਿਧਾਨ ਹੈ, ਉਸ ਸੰਵਿਧਾਨ ਦੇ ਤਹਿਤ ਸਟੇਟਾਂ ਨੂੰ ਪਾਵਰ ਨੇ, ਉਸ ਸੰਵਿਧਾਨ ਦੇ ਤਹਿਤ ਸੈਂਟਰ ਨੂੰ ਪਾਵਰਸ ਨੇ, ਉਸ ਸੰਵਿਧਾਨ ਦੇ ਤਹਿਤ ਹੀ ਕਾਨੂੰਨ ਬਣਦੇ ਹੈ। ਔਰ ਜੇ ਕੋਈ ਕਾਨੂੰਨ ਮੰਨ ਲਓ ਮਾੜਾ ਹੈਗਾ ਤਾਂ ਉਹਦੀ ਇੱਕੋ ਇੱਕ ਜ਼ਰੀਆ ਹੈਗਾ, ਜਾਂ ਤਾਂ ਉਹੀ ਸਰਕਾਰ ਉਹਨੂੰ ਸੋਧੇ ਜਾਂ ਵਾਪਸ ਕਰੇ, ਜਾਂ ਫਿਰ ਆਨਰੇਬਲ ਸੁਪਰੀਮ ਕੋਰਟ ਨੂੰ ਹੀ ਕੇਵਲ ਤੇ ਕੇਵਲ ਅਧਿਕਾਰ ਹੈ ਸੈਂਟਰਲ ਲਾਅ ਦੇ ਅਗੇਂਸਟ ਕਿ ਉਹ ਕਹਿ ਸਕੇ ਕਿ ਇਹ ਜਿਹੜਾ ਲਾਅ ਤੁਸੀਂ ਬਣਾਇਆ ਹੈ
ਇਹ ਅਨਕਨਸਟੀਟਿਊਸ਼ਨਲ ਹੈ ਔਰ ਉਹਨੂੰ ਰੱਦ ਕਰ ਸਕਦੀ ਹੈ। ਸੋ ਅਸੀਂ ਦੇਖੋ ਜੇ ਅਸੀਂ ਕਹਿੰਦੇ ਸਾਨੂੰ ਪਾਵਰ ਚਾਹੀਦੀ, ਸੰਵਿਧਾਨ ਨੇ ਪਾਵਰ ਦੇਣੀ ਹੈ, ਜ਼ਿਆਦਾ ਸੰਵਿਧਾਨ ਦੇ ਵਿੱਚ ਕੋਈ ਨਵੀਂ ਅਮੈਂਡਮੈਂਟ ਹੋਵੇ। ਜਿਹੜਾ BSF ਐਕਟ ਬਣਿਆ ਹੈਗਾ 1968 ਦਾ ਬਣਿਆ, ਔਰ ਜਿਸ ਤਰ੍ਹਾਂ ਗਰਗ ਸਾਹਿਬ ਵੀ ਕਹਿ ਰਹੇ ਇਹ ਸਾਰਾ ਕੁਝ ਹੀ ਕਾਂਗਰਸ ਸਰਕਾਰ ਵੇਲੇ ਹੋਇਆ। ਹੁਣ ਇਹ ਸਾਰਾ ਰੌਲਾ ਪਾਈ ਜਾਂਦੇ ਨੇ ਕਿਉਂਕਿ 2012 ਦੇ ਵਿੱਚ, ਇਹ 2014 ਦੇ ਵਿੱਚ, 1969 ਦੇ ਵਿੱਚ ਜਿਹੜੀਆਂ ਇਹ ਪਾਵਰਸ CRPC ਦੀ ਆਈਆਂ। ਔਰ ਤੁਸੀਂ ਦੇਖੋ ਜਿਹੜੀ ਈਵਨ ਹਾਈ ਕਮਾਂਡ ਆ, ਮੈਂ ਫੇਰ ਕਹਾਂਗਾ ਬਲੀਏਵਾਲ ਸਾਹਿਬ ਨੂੰ ਕਿ ਉਹ ਪੰਜਾਬ ਬਾਰੇ ਵੀ ਨਹੀਂ ਗੱਲ ਕਰਦੇ। ਚਲੋ ਇਹ ਰਾਜਸਥਾਨ ਦਾ ਤਾਂ ਕਹਿਤਾ ਵੀ ਰੇਤਲਾ ਇਲਾਕਾ ਹੈ, ਇਲਾਕਾ ਰੇਤਲਾ ਹੋਵੇ ਚਾਹੇ ਦੂਸਰਾ ਹੋਵੇ। ਦੇਖੋ ਹੁਣ ਜਿਹੜੇ ਹਾਲਾਤ ਹੈਗੇ ਨੇ ਟੋਟਲੀ ਡਿਫਰੈਂਟ ਨੇ। ਹੁਣ ਜਿਹੜੀਆਂ ਆਰਮਡ ਫੋਰਸਿਸ ਦੀਆਂ ਜਿਹੜੀਆਂ ਲੜਾਈਆਂ ਸੀਗੀਆਂ ਉਹ ਨਹੀਂ ਹੈਗੀਆਂ। ਹੁਣ ਤਾਂ ਨਿਊਕਲੀਅਰ ਵਾਰ ਕਹਿ ਲਓ ਜਾਂ ਡਰੋਨ ਵਾਰ ਕਹਿ ਲਓ, ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨਾਲ ਹੋ ਰਿਹਾ, ਜਿਹਦੇ ਵਿੱਚ ਅਨਮੈਨਡ ਵਹੀਕਲਸ ਆ ਰਹੇ ਨੇ ਔਰ ਉਹਨਾਂ ਦੇ ਵਿੱਚ ਕੋਈ ਜਾਨੀ ਅਗਲੇ ਦਾ ਨੁਕਸਾਨ ਨਹੀਂ ਹੈਗਾ, ਤੁਹਾਡੇ ਚਾਹੇ ਹਜ਼ਾਰਾਂ ਬੰਦਿਆਂ ਜਿਹੜਾ ਉਹਨਾਂ ਦਾ ਨੁਕਸਾਨ ਹੋ ਸਕਦਾ। ਸੋ ਉਹਨਾਂ ਵਾਸਤੇ ਭਾਰਤ ਸਰਕਾਰ ਪੂਰੀ ਤਿਆਰੀ ਕਰ ਰਹੀ ਹੈ ਕਿ ਅਸੀਂ ਡਰੋਨਸ ਨੂੰ ਸੌਫਟ ਕਿਲ ਕਿੱਦਾਂ ਕਰਨਾ ਹੈ, ਹਾਰਡ ਕਿਲ ਕਿੱਦਾਂ ਕਰਨਾ, ਫਿਜ਼ੀਕਲ, ਉਹ ਸਾਰਾ ਕੁਝ ਹੋ ਰਿਹਾ। ਅੱਜ ਮੰਨ ਲਓ ਆਪਾਂ ਕਹਿ ਦਿੰਦੇ ਵੀ ਇਹਨਾਂ ਨੇ ਗਲਤ ਕਰਤਾ, ਕੱਲ ਨੂੰ ਕੋਈ ਗੱਲ ਹੋ ਜਾਂਦੀ ਹੈ, ਫਿਰ ਕਹਿਣਗੇ ਜੀ ਤੁਹਾਡੇ ਕੋਲ ਤੁਸੀਂ ਕਿਉਂ ਨਹੀਂ ਕੁਝ ਕੀਤਾ। ਸੋ ਜੇ ਅਸੀਂ ਇਹ ਚੀਜ਼ ਜ਼ਰੂਰ ਦੇਖੀਏ ਵੀ ਇੱਥੇ BSF ਨੂੰ ਅਧਿਕਾਰ ਹੁਣ ਮਹੀਨਾ ਹੋਣ ਲੱਗਿਆ, ਮਹੀਨੇ ਦੇ ਵਿੱਚ ਆਪਾਂ ਨੂੰ ਕੋਈ ਪ੍ਰੋਬਲਮ ਆਈ? ਜੇ ਨਹੀਂ ਆਈ, ਜਦੋਂ ਆਏਗੀ ਆਪਾਂ ਦੇਖ ਲਾਂਗੇ। ਨਾ ਭਾਰਤ ਸਰਕਾਰ ਕਿਤੇ ਭੱਜ ਚੱਲੀਏ, ਨਾ ਪੰਜਾਬ ਸਰਕਾਰ ਕਿਤੇ ਭੱਜ ਚੱਲੀਏ, ਪਰ ਇਹ ਯੂਟਰਨ ਨਾ ਲੈਣ। ਇਹ ਜਿਹੜਾ ਇੱਕ ਇਲੈਕਸ਼ਨ ਸਟੰਟ ਹੈਗਾ ਉਹ ਨਾ ਖੇਲਣ, ਉਹ ਖੇਲਣ ਦਾ ਨਹੀਂ ਕੋਈ ਮਤਲਬ। ਦੇਖੋ ਜਿਹੜੀ ਗੱਲ ਦਾ ਮਨ ਠੀਕ ਹੈ, ਰੋਸ ਠੀਕ ਹੈ। ਬਲੀਏਵਾਲ ਸਾਹਿਬ ਮੇਰੇ को समा थोड़ा आखिरी कमेंट लेना, निक्का निक्का इलैक्शन स्टंट सीधा बीजेपी कह रही है कांग्रेस का इस सैशन चो कुछ नहीं निकलना, ये कली अखा पूंजन की कार्रवाई है, की कहोगे? ਵਿਜੇਪਾਲ ਜੀ, ਮੈਂ SS ਚੰਨੀ ਹੁਣਾਂ ਨੂੰ ਇਹ ਗੱਲ ਕਹੂੰਗਾ, ਮੈਂ ਲੈਟਰ ਦੀ ਗੱਲ ਪੁੱਛੀ ਸੀ, ਕੋਈ ਲੈਟਰ ਸਾਨੂੰ ਕੰਸੈਂਟ ਦੇ ਤੌਰ ਤੇ ਅਸੀਂ ਤੁਹਾਨੂੰ ਦਿੱਤਾ ਹੋਵੇ ਉਹ ਜਨਤਕ ਕਰੋ, ਪਰ ਉਹਦੇ ਤੇ ਗੱਲ ਨਹੀਂ ਕੀਤੀ ਗਈ। ਈਵਨ ਗਰਗ ਸਾਹਿਬ ਨੇ ਦੱਸਿਆ ਕਿ 4 ਤੋਂ 6 ਲੈਟਰ ਬਾਦਲ ਸਾਹਿਬ ਨੂੰ ਲਿਖੀਆਂ ਗਈਆਂ ਸੀ ਜਦੋਂ ਉਹ 15 ਕਿਲੋਮੀਟਰ ਵਾਲਾ ਰੇਡੀਅਸ ਕਰਨਾ ਸੀਗਾ, ਤਾਂ ਉਹਨਾਂ ਨੇ ਜਵਾਬ ਕੋਈ ਨਹੀਂ ਦਿੱਤਾ। ਮਤਲਬ ਕਿ ਚਿੱਠੀ ਪੱਤਰ ਦੀ ट्रेंड हैगा। अगर कोई फैसले लेने हैं स्टेटां ते सेंटर आपस च सलाह करके लैंदा, ना कि थोपिया जांदा। दूसरी गल मैं केजरीवाल साहब दी पार्टी नूं पुछना चाहदा कि इस इशू दे उपर दिल्ली वाले केजरीवाल दा की स्टैंड है, ओहदा भी स्टैंड हजे तक क्लीयर नहीं, क्योंकि वो पानियां दे मुद्दे ते भी बदल जांदे ते धुएं वाले मुद्दे ते भी बदल जांदे, कई मुद्दਿਆਂ ਦੇ बदल जांदे आ। ਉਹ भी आप दा स्टैंड स्पष्ट करन ते मैं बेनती करूंगा तीनों पार्टियां नूं वाकआउट ना करन, पंजाब दे मसले ने अंदर बैठ के हल हो के गल करन। ठीक है अकाली दल का आ गया, मैं समझ गया, आप रख देने। गर्ग साहब तुसी क्लीयर कर दो जिहड़ी गल कह रहे हैं केजरीवाल होरां दा की स्टैंड। ਵਿਜੇਪਾਲ ਜੀ, ਸਾਡੀ ਆਮ ਆਦਮੀ ਪਾਰਟੀ ਦਾ ਸਟੈਂਡ ਬੜਾ ਕਲੀਅਰ ਹੈ। ਜਿੱਥੇ ਪੰਜਾਬ ਦੇ ਨਾਲ ਧੱਕਾ ਹੋਏਗਾ ਪੰਜਾਬ ਦੇ ਨਾਲ ਖੜਾਂਗੇ, ਹਰ ਲੜਾਈ ਲੜਾਂਗੇ, ਵਿਧਾਨ ਸਭਾ 'ਚ ਵੀ ਲੜਾਂਗੇ। ਉਹ ਭਾਵੇਂ ਧੱਕਾ ਕਾਂਗਰਸ ਕਰਦੀ ਹੋਵੇ ਤੇ ਭਾਵੇਂ ਕਰਦੀ ਹੋਵੇ BJP ਤੇ ਭਾਵੇਂ ਕਰਦੀ ਹੋਵੇ ਅਕਾਲੀ ਦਲ, ਔਰ ਜੇ ਸੜਕਾਂ ਤੇ ਲੜਨਾ ਪਿਆ ਉਹ ਵੀ ਲੜਾਂਗੇ। ਲੇਕਿਨ ਇੱਕ ਚੀਜ਼ ਮੈਂ ਕਹਿਣੀ ਚਾਹੁੰਦਾ ਹੈਗਾ, ਇਹ ਇਨਕੰਪੀਟੈਂਟ ਸਰਕਾਰ ਹੈਗੀ ਹੈ ਜਿਹਦਾ ਹੱਲ ਤੁਸੀਂ ਅੱਜ ਵੇਖਿਆ ਹੈਗਾ ਕਿਦਾਂ ਅਖਬਾਰ ਦੇ ਵਿੱਚ ਛਪਿਆ ਕਿ ਜਿਹੜਾ ਐਪਲੇਟ ਟ੍ਰਿਬਿਊਨਲ ਸੀ ਉਸਨੇ ਕਿਸ ਤਰੀਕੇ ਨਾਲ ਇਹਨਾਂ ਦੇ ਜਿਹੜੇ ਸਮਝੌਤੇ ਇਹਨਾਂ ਨੇ 4 ਰੱਦ ਕੀਤੇ ਸੀ ਉਹਨਾਂ ਦੇ ਉੱਤੇ ਰੋਕ ਲਗਾਈ ਹੈ। ਇਹ ਇਨਕੰਪੀਟੈਂਸੀ ਹੈ ਇਹਨਾਂ ਦੀ, ਕਿਉਂਕਿ ਇਸੇ ਕਰਕੇ ਮੈਂ ਤੁਹਾਨੂੰ ਕਿਹਾ ਸੀ ਸਿਰਫ ਐਲਾਨ ਕਰਦੇ ਨੇ, ਇਹ ਸਿਰਫ ਅੱਖਾਂ ਪੂੰਜੀ ਨੇ ਚਾਹੁੰਦੇ ਨੇ, ਔਰ ਇਹ ਚੋਣ ਯਾਨੀ ਕਿ ਵਾਰਾ ਹੋਣ ਕੇਜਰੀਵਾਲ ਸਾਹਿਬ ਦਾ ਸਟੈਂਡ, ਗਰਗ ਸਾਹਿਬ ਮਸਲੇ ਹੱਲ ਹੀ ਨਹੀਂ ਕਰਨਾ ਚਾਹੁੰਦੇ। ਕੇਜਰੀਵਾਲ ਸਾਹਿਬ ਤੋਂ ਟਵੀਟ ਦਵਾ ਦਿਓ, ਕੇਜਰੀਵਾਲ ਸਾਹਿਬ ਦਾ ਸਟੈਂਡ ਪੁੱਛ ਰਹੇ, ਕੇਜਰੀਵਾਲ ਦਾ ਟਵੀਟ ਕਰਾ ਦਿਓ ਇੱਕ। ਔਰ ਇਹ ਵਿਜੇਪਾਲ ਜੀ, ਇਹਨਾਂ ਨੂੰ ਇੰਨਾ ਨਹੀਂ ਪਤਾ ਹੈਗਾ ਕਿ ਯਾਨੀ ਕਿ ਸਾਡੀ ਪਾਰਟੀ ਨੈਸ਼ਨਲ ਪਾਰਟੀ ਹੈ, ਔਰ ਜੋ ਪੰਜਾਬ ਦੇ ਵਿੱਚ ਅਸੀਂ ਸਟੈਂਡ ਲਿਆ ਕੇਜਰੀਵਾਲ ਸਾਹਿਬ ਉਹ ਸਟੈਂਡ ਨਾਲ ਸਟੈਂਡ ਕਰਦੇ ਆ। ਠੀਕ ਹੈ ਦਿਖਾ ਦਿਓ ਅੱਜ BSF ਦੇ, ਤੁਸੀਂ ਦਿਖਾ ਦਿਓ ਸੋਨੀਆ ਗਾਂਧੀ ਦਾ ਟਵੀਟ ਦਿਖਾ ਦਿਓ ਜਿੱਥੇ ਤੁਸੀਂ ਅੱਜ ਇੱਥੇ ਰਾਜਸਥਾਨ ਦੇ ਵਿੱਚ, ਫਿਰ ਤੁਸੀਂ ਕਿਉਂ ਨਹੀਂ ਵਿਰੋਧ ਕਰਦੇ? ਸਾਨੂੰ ਤੁਸੀਂ ਸਵਾਲ ਪੁੱਛਦੇ ਹੋ, ਪਾਣੀਆਂ ਦਾ ਸਵਾਲ ਸਾਨੂੰ ਪੁੱਛਦੇ ਹੋ, ਪਾਣੀ ਦਾ ਮਸਲਾ ਪੈਦਾ ਕਰਨ ਵਾਲੇ ਤੁਸੀਂ, SYL ਕਢਾਉਣ ਵਾਲੇ ਤੁਸੀਂ, ਬਣਾਉਣ ਵਾਲੇ ਤੁਸੀਂ, ਮਸਲਾ ਸਾਨੂੰ। ਮੈਂ ਕਹਿੰਦਾ ਰਾਜਸਥਾਨ ਦਾ ਮੁੱਖ ਮੰਤਰੀ ਆ ਕੇ ਇੱਥੇ ਪ੍ਰਚਾਰ ਨਹੀਂ ਕਰਦਾ, ਦਿੱਲੀ ਦਾ ਮੁੱਖ ਮੰਤਰੀ ਦੂਜੇ ਚੌਥੇ ਦਿਨ ਇੱਥੇ ਆ ਕੇ ਪ੍ਰਚਾਰ ਕਰਦਾ ਹੈ, ਦੂਜਾ ਚੌਥੇ ਦਿਨ ਪ੍ਰਚਾਰ ਆ ਕੇ ਕਰਦਾ ਹੈ। ਤੇ ਇਸ ਕਰਕੇ ਪੁੱਛਿਆ ਗਿਆ ਕੇਜਰੀਵਾਲ, ਮੈਂ ਕਿਹਾ ਯਾਰ ਗਰਗ ਸਾਹਿਬ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ, ਤੁਸੀਂ ਨਾਰੇ ਲਾਉਂਦੇ ਰਹੇ ਹੋ ਤੇ ਅੱਜ ਕੇਜਰੀਵਾਲ ਤੋਂ ਸਵਾਲ ਪੁੱਛ ਲਓ ਤਾਂ ਦਿੱਕਤ ਹੋ ਜਾਂਦੀ ਹੈ, ਨਹੀਂ ਚੰਗੀਆਂ ਲੱਗਦੀਆਂ ਇਹ ਗੱਲਾਂ। ਕਾਂਗਰਸ ਜ਼ੀਰੋ ਹੋਈ ਹੈ, ਜੇ ਮੇਰੇ ਵਾਲਿਆਂ ਦਾ ਸਵਾਲ ਪੁੱਛਿਆ ਮੈਂ ਮੇਰੇ ਵਾਲਿਆਂ ਦਾ ਸਵਾਲ ਲਊਂਗਾ। 3 ਵਾਰੀ ਜ਼ੀਰੋ ਕੀਤਾ ਉੱਥੇ, ਨਹੀਂ ਗਲਤ ਗੱਲ। ਚਲੋ ਮੈਂ ਤਾਂ ਇੱਥੋਂ ਦਾ ਪੁੱਛਿਆ, ਇਸ ਬਹਿਸ ਦਾ ਤਾਂ ਕੋਈ ਅੰਤ ਨਹੀਂ, ਜ਼ੀਰੋ ਕਰਾਂਗੇ ਤੁਹਾਨੂੰ। ਇਸ ਬਹਿਸ ਦਾ ਤਾਂ ਕੋਈ ਅੰਤ ਹੀ ਨਹੀਂ ਹੋਣਾ। ਵੈਸੇ ਕਰਵਾ ਦਿਓ ਟਵੀਟ, ਗਰਗ ਸਾਹਿਬ ਤੁਸੀਂ ਟਵੀਟ ਕਰਵਾ ਕੇ ਜਵਾਬ ਦੇ ਦਿਓ ਸਿੱਧਾ ਵੀ ਆਹ ਦੇਖੋ ਟਵੀਟ ਕਰਤਾ। ਇੱਕ ਟਵੀਟ ਹੀ ਹੈ, ਕੀ ਫਰਕ ਪੈਂਦਾ, ਇੰਨੇ ਟਵੀਟ ਕਰਦੇ ਆ, ਹੋਰ ਕਰ ਦੇਣਗੇ 2।
ਕੀ ਫਰਕ ਪੈਂਦਾ ਟਵੀਟ ਕਰਨ ਤੇ, ਕਿਹੜਾ ਕੁਝ ਲੱਗਦਾ? ਸਾਡਾ ਸਟੈਂਡ ਹੈਗਾ ਉਹ ਵਿਧਾਨ ਸਭਾ 'ਚ ਕਲੀਅਰ ਹੋ ਜਾਏਗਾ, ਅਸੀਂ ਕਿੱਥੇ ਸਟੈਂਡ ਕਰਦੇ ਆ। ਹਾਂ, ਉਹ ਵਿਧਾਨ ਸਭਾ 'ਚ ਕਲੀਅਰ ਹੋ ਜਾਏਗਾ, ਆਲ ਪਾਰਟੀ ਮੀਟਿੰਗ 'ਚ ਕਲੀਅਰ ਹੋ ਗਿਆ। ਅਕਾਲੀ ਦੱਸਣ, ਕਾਂਗਰਸ ਦੱਸੇ ਆਪਣਾ ਸਟੈਂਡ, ਇਹ ਕਿਉਂ ਬਾਰ-ਬਾਰ ਸਟੈਂਡ ਬਦਲੇ? ਸਾਡਾ ਸਟੈਂਡ ਤੇ ਕਲੀਅਰ ਹੈ। ਚਲੋ ਮੈਂ ਠੰਡਲ ਸਾਹਿਬ ਤੁਹਾਡੇ ਤੇ ਇੱਕ ਛੋਟਾ ਜਿਹਾ ਜਵਾਬ ਲੈਣਾ। ਜਿਹੜੀ ਗੱਲ ਬਲੀਏਵਾਲ ਸਾਹਿਬ ਨੇ ਕਹੀ ਹੈ ਵੀ ਘੱਟੋ ਘੱਟ ਅਕਾਲੀ ਦਲ ਨੂੰ ਸਾਨੂੰ ਇਹ ਉਮੀਦ ਹੈ ਕਿ ਅਕਾਲੀ ਦਲ ਵਾਕਆਊਟ ਨਹੀਂ ਕਰੇਗਾ। ਦੇਖੋ ਮੈਂ ਪਹਿਲਾਂ ਵੀ ਕਿਹਾ ਸੀ ਕੱਲ ਨੂੰ ਵੀ ਖੜਿਆ ਸ਼ਾਹੀਨ। ਮੈਂ ਠੰਡਲ ਸਾਹਿਬ ਨੂੰ ਬੋਲ ਲੈਣ ਦਿਓ ਜੀ, ਆਖਰੀ 1 ਮਿੰਟ ਹੈ ਜੀ। ਕੋਈ ਬੇਨਤੀ ਹੈ ਕਿ ਇਹ ਕਾਂਗਰਸ ਬੀਜੇਪੀ ਪਹਿਲਾਂ ਮੁੱਖ ਮੰਤਰੀ ਵੀ ਲੜਿਆ ਸੀ, ਸਲਾਨਾ ਚੱਲਦਾ, ਹੁਣ ਦਾ ਮੁੱਖ ਮੰਤਰੀ ਫਿਰ ਬੀਜੇਪੀ ਦਾ ਸਲਾਨਾ ਚੱਲਦਾ। ਇਸ ਕਰਕੇ ਮੈਂ ਕਹਿ ਰਿਹਾ ਕਿ ਇਹ ਡਰਾਮਾ ਕਰ ਰਹੇ ਆ। ਅਸੀਂ ਪੰਜਾਬ ਦੇ ਹਿੱਤਾਂ ਦੀ ਲੜਾਈ ਲੜੀ ਆ, ਲੜਦੇ ਰਹਾਂਗੇ। ਚਲੋ ਚੰਨੀ ਸਾਹਿਬ, ਸਾਰੇ ਬੀਜੇਪੀ ਦੀ ਸਲਾਹ ਨਾਲ ਚੱਲਦੇ ਆ, ਤੁਸੀਂ ਕੋਈ ਸਲਾਹ ਦੇ ਦਿਓ ਜਾਂਦੇ ਜਾਂਦੇ, ਆਖਰੀ ਕਮੈਂਟ। ਸਾਨੂੰ ਬਹੁਤ ਖੁਸ਼ੀ ਹੈ ਵੀ ਇਹ ਸਾਰੇ ਬੀਜੇਪੀ ਦੀ ਸਲਾਹ ਨਾਲ ਚੱਲਦੇ ਆ ਤੇ ਨਾਲੇ ਇੱਕ ਦੂਜੇ, ਇਹ ਸਾਰੇ ਬੀਜੇਪੀ ਦੇ ਏਜੰਟ ਨੇ। ਹੋਰ ਬੀਜੇਪੀ ਨੂੰ ਕੀ ਚਾਹੀਦਾ ਜੇ ਸਾਰੇ ਬੀਜੇਪੀ ਦੀ ਮਨਸ਼ਾ ਦੇ ਮੁਤਾਬਕ ਸਾਰੇ ਕੰਮ ਕਰ ਰਹੇ ਨੇ? ਤੇ ਹੋਰ ਸੈਂਟਰ ਦੇ ਵਿੱਚ ਤਾਂ ਠੀਕ ਹੈ, ਐਨਡੀਏ ਦੀ ਗਵਰਨਮੈਂਟ ਹੈਗੀ ਹੈ, ਚਲਾ ਰਹੀ ਹੈ, ਪਰ ਇਹ ਗੱਲ ਨਹੀਂ ਹੈਗੀ। ਗੱਲ ਇਹ ਹੈਗੀ ਹੈ ਕਿ ਗੱਲ ਮੁੱਦਿਆਂ ਤੇ ਹੋਣੀ ਚਾਹੀਦੀ ਹੈ, ਗੱਲ ਕਾਨੂੰਨ ਹੋਣੀ ਚਾਹੀਦੀ ਹੈ, ਗੱਲ ਤੱਥਾਂ ਤੇ ਹੋਣੀ ਚਾਹੀਦੀ ਹੈ, ਗੱਲ ਪ੍ਰੈਕਟੀਕਲ ਤੇ ਹੋਣੀ ਚਾਹੀਦੀ ਹੈ। ਅਸੀਂ ਇੱਕ ਆਵਾਜ਼ ਖੜੀ ਕਰਕੇ ਜਿਹੜੀ ਗੱਲ ਅਸੀਂ ਦੇਖੋ, ਜੋ ਸਾਨੂੰ ਪਤਾ ਨਹੀਂ, ਹੁਣ ਖੇਤੀ ਕਾਨੂੰਨ ਤਾਂ ਪਹਿਲਾਂ ਵੀ ਇਹਨਾਂ ਨੇ ਅਮੈਂਡ ਕੀਤੇ ਸੀ, ਉਹਨਾਂ ਦਾ ਕੀ ਬਣਿਆ? ਹੁਣ ਨਵੇਂ ਕਰਦੇ ਨੇ। ਉਹ ਜਿਹੜੀ ਚੀਜ਼ ਹੋ ਹੀ ਨਹੀਂ ਸਕਦੀ, ਉਹਦਾ ਕੋਈ ਹੋਰ ਰਾਹ ਲੱਭੋ। ਇੱਥੇ ਜਿੱਥੇ ਜਿਹੜਾ ਰਾਹ ਨਹੀਂ ਹੈਗਾ ਉਧਰ ਨੂੰ ਨਾ ਜਾਓ। ਚਲੋ ਅਸੀਂ ਉਮੀਦ ਕਰਦੇ ਹਾਂ ਵੀ ਬੀਜੇਪੀ ਲੱਭੇਗੀ 1 ਸਾਲ ਪੂਰਾ ਹੋਣ ਤੋਂ ਪਹਿਲਾਂ ਇਸ ਦਾ ਜ਼ਰੂਰ ਕੋਈ ਨਾ ਕੋਈ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਲਈ, ਇਸ ਡਿਬੇਟ ਦੇ ਵਿੱਚ, ਇਸ ਗੱਲਬਾਤ ਦੇ ਵਿੱਚ ਹਿੱਸਾ ਲੈਣ ਲਈ। ਸੋ ਹੁਣ ਸਪੈਸ਼ਲ ਸੈਸ਼ਨ ਦੇਖਣਾ ਹੋਏਗਾ ਕਿ ਕੀ ਹੁੰਦਾ, ਕਿਉਂਕਿ 2 ਦਿਨ ਦਾ ਰੱਖਿਆ ਗਿਆ, 1 ਦਿਨ ਓਬਿਚਰੀਜ਼ ਹੈ, ਸ਼ਾਇਦ ਉਸ ਦੇ ਵਿੱਚ ਕੁਝ ਹੋਰ ਬਿਜ਼ਨਸ ਐਡ ਹੋ ਜਾਏ, ਨਹੀਂ ਤਾਂ 11 ਤਰੀਕ ਨੂੰ ਜਿਹੜਾ ਬਿਜ਼ਨਸ ਹੈ ਉਹ ਚਲਾਇਆ ਜਾਊਗਾ। ਉਸ ਦੇ ਵਿੱਚ ਕਿਹੜੇ ਮਤੇ ਆਉਂਦੇ ਨੇ, ਕਿਹੜੇ ਬਿੱਲ ਆਉਂਦੇ ਨੇ, ਇਹ ਦੇਖਣਾ ਅਹਿਮ ਹੋਏਗਾ। ਫਿਲਹਾਲ ਇਸ ਡਿਬੇਟ ਦੇ ਵਿੱਚ ਇੰਨਾ ਹੀ। ਖਬਰਾਂ ਦਾ ਸਿਲਸਿਲਾ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਲਗਾਤਾਰ ਜਾਰੀ ਰਹੇਗਾ।